ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਾਡੇ ਨਾਲ ਇਸ ਵਕਤ ਜੁੜ ਚੁੱਕੇ ਨੇ ਸਰਦਾਰ ਜਸਵੀਰ ਸਿੰਘ ਜੀ ਪੱਟੀ। ਭਾਊ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ, ਠੀਕ ਠਾਕ ਹੋ? ਬੜੀ ਕਿਰਪਾ ਜੀ, ਬੜੀ ਫੁੱਲ ਕਿਰਪਾ ਬੱਬੇ ਜੀ। ਚਲੋ ਫੁੱਲ ਕਿਰਪਾ ਚਾਹੀਦੀ। ਦੋਸਤੋ ਤੁਹਾਡੇ ਵੱਲੋਂ ਕੁਝ ਫੋਨ ਕਾਲਸ ਆਏ ਨੇ ਕਿ ਕੀ ਗੱਲ ਹੋ ਗਈ ਚਾਵਲਾ ਜੀ। ਫੱਟੀ ਸਾਹਿਬ ਮੇਰੇ ਨਾਲ ਨੇ, ਅਕੀਦਾ ਸਾਹਿਬ ਹੁੰਦੇ ਨੇ, ਮਿੰਟੂ ਜੀ ਹੁੰਦੇ ਨੇ, ਤੇ ਇੱਕ ਸੱਜਣ ਹੈ ਕਾਫੀ ਸਾਲਾਂ ਤੋਂ ਉਹ ਕਾਲਰ ਆਈਡੀ ਬਲੌਕ ਕਰਕੇ ਤੇ ਮਤਲਬ ਆਂਸਰੀ ਮਸ਼ੀਨ ਦੇ ਉੱਤੇ ਅਭੱਦਰ ਲੈਂਗੁਏਜ ਜਿਹੜੀ ਆ ਉਹ ਵਰਤਦਾ। ਤੇ ਵੈਸੇ ਵੀ ਉਹ ਜਦੋਂ ਕਾਲਰ ਆਈਡੀ ਬਲੌਕ ਕਰਕੇ ਕਿਸੇ ਵੇਲੇ ਕਾਲ ਕਰਦਾ ਮੈਂ ਚੱਕ ਲਾਂ ਤੇ ਉਹਦਾ ਕੰਮ ਹੁੰਦਾ ਕਿ ਉਹਨੇ ਬਾਹਯਾਤ ਗੱਲਾਂ ਕਹਿਣੀਆਂ ਹੁੰਦੀਆਂ ਤੇ ਕੋਈ ਜਵਾਬ ਨਹੀਂ ਹੁੰਦਾ ਉਹਦੇ ਕੋਲ। ਉਹਨੇ ਬਹੁਤ ਸਾਰੀਆਂ ਇਹੋ ਜਿਹੀਆਂ ਰਿਕਾਰਡਿੰਗ ਛੱਡੀਆਂ ਹੋਈਆਂ ਨੇ ਜਿਹੜੀਆਂ ਮੈਂ ਸੇਵ ਕਰਕੇ ਰੱਖੀਆਂ ਹੋਈਆਂ ਨੇ, ਪਰਸਨਲ ਅਟੈਕ ਵੀ ਨੇ। ਪਰ ਅੱਜ ਕੁਝ ਹਫ਼ਤਿਆਂ ਤੋਂ ਫੇਰ ਉਹ ਲਗਾਤਾਰ ਜਿਹੜਾ ਐਕਟਿਵ ਹੋਇਆ ਜਾਂ ਉਹਨੂੰ ਐਕਟਿਵ ਕੀਤਾ ਗਿਆ, ਸੂਈ ਕਿਸੇ ਨੇ ਚਾਬੀ ਭਰੀ ਹੈ, ਪਤਾ ਨਹੀਂ ਕੌਣ ਆ ਕੌਣ ਨਹੀਂ। ਕਦੇ ਉਹ ਸਿੱਖਾਂ ਦੇ ਪੱਖ ਦੀ ਗੱਲ ਕਰ ਲਾ ਪੈਂਦਾ, ਕਦੇ ਖਾੜਕੂਆਂ ਦੀ ਪੱਖ ਦੀ ਗੱਲ ਕਰ ਲਾ ਪੈਂਦਾ, ਕਦੇ ਉਹ ਹਿੰਦੂ ਭਾਈਚਾਰੇ ਦਾ ਮਦਈ ਬਣਦਾ, ਕਦੇ ਉਹ ਕਿਸੇ ਦਾ, ਕਦੀ ਕਿਸਾਨਾਂ ਦਾ, ਕਦੀ ਕਿਸੇ ਦਾ, ਪਤਾ ਨਹੀਂ। ਮੈਂ ਤਾਂ ਸਿਰ ਫਿਰਿਆ ਕਹੂੰਗਾ, ਪਰ ਹੋਸ਼ ਦੇ ਵਿੱਚ ਆ, ਸਿਰ ਫਿਰਿਆ ਨਹੀਂ, ਹੋਸ਼ ਦੇ ਵਿੱਚ ਆ। ਕਿਉਂਕਿ ਕਾਲਰ ਆਈਡੀ ਬਲੌਕ ਕਰਕੇ ਉਹ ਕਾਲ ਕਰਦਾ ਹਮੇਸ਼ਾ ਹੀ। ਜਦੋਂ ਵੀ ਮੇਰੇ ਪਰਿਵਾਰ ਬਾਰੇ ਵੀ ਉਹਨੇ ਬਹੁਤ ਕੁਝ ਬੋਲਿਆ, ਫੈਮਿਲੀ ਬਾਰੇ ਵੀ ਆਂਸਰੀ ਮਸ਼ੀਨ ਦੇ ਉੱਤੇ। ਅੱਜ ਉਹਨੇ ਕਿਹਾ ਕਿ ਜੀ ਅਸਲੇ ਦਾ ਤਾਂ ਮੇਰੀ ਗੱਲ ਦਾ ਜਵਾਬ ਦਿਓ। ਮੇਰੇ ਪੱਤਰਕਾਰ ਜਿਹੜੇ ਪੱਟੀ ਸਾਹਿਬ, ਮਿੰਟੂ ਜੀ ਜਾਂ ਕੀਦਾ ਸਾਹਿਬ ਜਾਂ ਅਮਨ ਜੀ ਦੀ ਖਬਰਾਂ ਆਲਪੇ ਜੋ ਟਾਰਗੇਟ ਕਰਦਾ, ਖਬਰਾਂ ਕਿਉਂ ਹੁੰਦੀਆਂ ਨੇ ਜਾਂ ਇਹੋ ਜਿਹੀ ਗੱਲ ਕੀ ਆ, ਕਿੱਦਾਂ ਵਾ, ਨਾ ਪਤਾ ਹੁੰਦਾ ਸਵਾਲ ਦਾ ਉਹਨੂੰ। ਮੈਂ ਕਹਿੰਦਾ ਕਿ ਮੈਂ ਅਸਲੇ ਦਾ ਕਈ ਸਾਲਾਂ ਤੋਂ ਤੈਂ ਮੈਨੂੰ ਤੰਗ ਕਰਨਾ ਸ਼ੁਰੂ ਕੀਤਾ ਹੋਇਆ, ਪਤਾ ਨਹੀਂ ਕਿਉਂ। ਤੈਨੂੰ ਸਪੈਸ਼ਲ ਮੇਰੇ ਵਾਸਤੇ ਕਿਸੇ ਨੇ ਹਾਇਰ ਕੀਤਾ, ਪਰ ਅਸਲੇ ਦਾ ਤੂੰ ਬਣ। ਮੈਂ ਤਾਂ ਆਪਣਾ ਗਲੀ ਮੁਹੱਲਾ ਵੀ ਦੱਸਦਾ, ਪਿੰਡ ਵੀ ਮੇਰਾ ਪਤਾ ਲੋਕਾਂ ਨੂੰ, ਕਿੱਥੇ ਮੈਂ ਵਿਆਹ ਉਹ ਵੀ ਪਤਾ, ਕਿੰਨੀ ਮੇਰੀ ਔਲਾਦ ਉਹ ਵੀ ਪਤਾ ਹੀ, ਮੇਰਾ ਫੋਨ ਨੰਬਰ ਪਤਾ। ਪਰ ਤੈਂ ਜਿਹੜਾ ਵਾ ਉਹ ਕਾਲਰ ਆਈਡੀ ਬਲੌਕ ਕਰਕੇ ਤੇ ਆਪਣੇ ਅਸਲੇ ਦੀ ਪਛਾਣ ਰੋਕੋਈ ਹੋਈ ਆ। ਤੇਰੀ ਮਾਂ ਨੂੰ ਪਤਾ ਤੇਰਾ ਪਿਓ ਕੌਣ ਆ, ਤੇ ਫਿਰ ਅਸਲੇ ਦਾ ਤੂੰ ਬਣ। ਮੈਨੂੰ ਆਪਣੀ ਕਾਲਰ ਆਈਡੀ ਬਲੌਕ ਨਾ ਕਰਕੇ ਉੱਦਾਂ ਫੋਨ ਕਰ, ਫਿਰ ਪਤਾ ਲੱਗਦਾ ਅਸਲੇ ਦਾ ਕੌਣ। ਮੈਂ ਸਿਰਫ ਤੈਨੂੰ ਇਸ ਗੱਲ ਦੀ ਜਵਾਬ ਦੇਣ ਵਾਸਤੇ, ਆਈ ਡੋਂਟ ਕੇਅਰ ਤੂੰ ਕਿਹਦਾ ਬੰਦਾ, ਕੌਣ ਆ ਕੌਣ ਨਹੀਂ, ਅਸਲੇ ਦਾ ਤੂੰ ਬਣ। ਜੇ ਮੇਰੇ ਪੱਤਰਕਾਰ ਕੋਈ ਗੱਲ ਕਰਦੇ ਤਾਂ ਸਵਾਲ ਕਰ ਉਹਨਾਂ ਨੂੰ ਆ ਕੇ। ਮੇਰੇ ਤੇਰੀਆਂ ਸਾਰੀਆਂ ਰਿਕਾਰਡਿੰਗ ਜਿਹੜੀਆਂ ਨੇ ਜੋ ਅਭੱਦਰ ਭਾਸ਼ਾ ਕੱਢ ਕੇ ਮੈਂ ਸੁਣਾਉਣੀਆਂ ਨੇ ਸਰੋਤਿਆਂ ਨੂੰ। ਮੈਨੂੰ ਇਹੋ ਜਿਹੀ TRP ਨਹੀਂ ਚਾਹੀਦੀ। ਜੇ ਆਪਣੇ ਪਿਓ ਦਾ ਨਾ, ਤੇਰੀ ਮਾਂ ਨੂੰ ਪਤਾ ਤੇਰਾ ਪਿਓ ਕਿ ਛਾਤੀ 'ਚ ਵੱਜ ਆ ਗਈ, ਮਾਮਾ ਮਣ ਇੱਧਰ ਆ, ਤੇਰਾ ਪਿਓ ਬਣ ਕੇ ਬੈਠਾ, ਠੀਕ ਹੈ। ਬੜੇ ਸ਼ਾਂਤਮਈ ਤਰੀਕੇ ਨਾਲ ਪ੍ਰੋਗਰਾਮ ਕਰਦਾ ਪਿਆ ਮੈਂ 2-3-4 ਮਹੀਨਿਆਂ ਤੋਂ। ਕਿਸੇ ਗੱਲ ਨੂੰ ਐਵੇਂ ਹਵਾ ਨਹੀਂ ਦਿੱਤੀ, ਨਾ ਦਿੱਤੀ ਸ਼ੁਰੂ ਤੋਂ ਹੀ। ਹੁਣ ਪੱਟੀ ਸਾਹਿਬ ਦੀਆਂ ਕਈ ਗੱਲਾਂ ਤੋਂ ਤੁਸੀਂ ਨਹੀਂ ਸਹਿਮਤ ਭਾਈ, ਸਵਾਲ ਕਰ ਲਓ। ਮਿੰਟੂ ਜੀ ਦੀ ਗੱਲ ਨਾਲ ਨਹੀਂ ਸਹਿਮਤ, ਸਵਾਲ ਕਰ ਲਾ। ਜੇ ਖਬਰ ਕੋਈ ਇਹੋ ਜਿਹੀ ਆ ਉਹ ਤੁਸੀਂ ਦੂਜੇ ਥਾਵਾਂ ਤੋਂ ਨਹੀਂ ਸੁਣੀ, ਸਾਡੇ ਪੱਤਰਕਾਰਾਂ ਨੇ ਸੁਣਾਤੀ, ਤੇ ਤੂੰ ਸਵਾਲ ਕਰ ਲਾ, ਠੀਕ ਹੈ ਨਾ। ਮੰਚ ਆ, ਟੈਲੀਫੋਨ ਬੋਲਦੇ ਆ, ਤੂੰ ਆ ਜਾ। ਇੰਨੀ ਤਰੀਕ ਹਿੰਮਤ ਨਹੀਂ ਤੇ ਦੂਜੇ ਨੂੰ ਕਹਿਣਾ ਅਸਲੇ ਦਾ ਬਣ। ਅਸਲੇ ਦਾ ਤੂੰ ਆਪ ਨਹੀਂ, ਖੁਦ ਨਹੀਂ ਅਸਲੇ ਦਾ। ਜਿਹੜਾ ਕਾਲਰ ਆਈਡੀ ਹਮੇਸ਼ਾ ਹੀ ਕਿੰਨੇ ਸਾਲਾਂ ਤੋਂ ਬਲੌਕ ਕਰਕੇ ਤੂੰ ਮੈਨੂੰ ਤਾਂ ਪਰੇਸ਼ਾਨ ਕੀਤਾ। ਵੀਕਐਂਡ ਤੋਂ ਮੈਨੂੰ ਚੈਨ ਨਹੀਂ ਲੈਣ ਦਿੰਦਾ, ਫੋਨ ਬੰਦ ਕਰਕੇ ਮੈਨੂੰ ਸੌਣਾ ਪੈਂਦਾ, ਸਿਰਫ ਤੇਰੀਆਂ ਇਹਨਾਂ ਵਧੀਕੀਆਂ ਕਰਕੇ। ਤੇ ਜੇ ਕਿਤੇ ਸਾਹਮਣੇ ਆ ਗਏ, ਤੇਰੀ ਆਵਾਜ਼ ਪਛਾਣ ਲਈ, ਤੇ ਫਿਰ ਮੁਸ਼ਕਿਲ ਹੋਊ। ਸੋ ਇਸ ਕਰਕੇ ਆਪਣਾ ਵੀ ਜੇ ਪ੍ਰੋਗਰਾਮ ਦੇ ਵਿੱਚ ਕੋਈ ਤਰੁੱਟੀ ਸਾਨੂੰ ਲੱਗਦਾ, ਤੁਹਾਨੂੰ ਲੱਗਦਾ ਗਲਤ ਹੈ, ਤੇਰੇ ਕੋਲ ਕਾਨੂੰਨ ਆ, ਇੱਥੇ ਕਾਨੂੰਨ ਨੂੰ ਫੋਲੋ ਕਰ। ਪੱਟੀ ਸਾਹਿਬ ਦਾ ਸਵਾਗਤ ਕਰਦੇ। ਸੌਰੀ ਤੁਹਾਡਾ ਸਮਾਂ ਲੈ ਰਿਹਾ ਜੀ, ਕਿਉਂਕਿ ਆਂਸਰੀ ਮਸ਼ੀਨ 'ਤੇ ਕੁਝ ਇਹੋ ਜਿਹੀਆਂ ਗਲਤ ਗੱਲਾਂ ਨੇ ਮੈਂ ਸੁਣਾ ਵੀ ਨਹੀਂ ਸਕਦਾ ਤੁਹਾਨੂੰ। ਇੰਨਾ ਪਰੇਸ਼ਾਨ ਕੀਤਾ ਹੈ ਇਸ ਬੰਦੇ ਨੇ ਸਾਡਾ ਟਾਈਮ ਨੂੰ ਭੜਕਾਉਣ ਵਾਸਤੇ। ਖੈਰ ਪੱਟੀ ਸਾਹਿਬ, ਜਿਹੜੀ ਸਮੇਤ ਸੈਣੀ ਹੈ, ਇੱਕ ਵਾਰੀ ਫਿਰ ਤੋਂ ਚਰਚਾ ਦੇ ਵਿੱਚ ਹੈ। ਇਹ ਸਮੇਤ ਸੈਣੀ ਦਾ ਵੀ ਮਾਮਾ ਬਣ ਜਾਂਦਾ ਕਦੀ ਕਦੀ। ਉਹਦੀਆਂ ਮੁਸ਼ਕਿਲਾਂ ਵਧੀਆਂ ਨੇ। ਵਿਜੀਲੈਂਸ ਦੀ ਰੀਕਾਲ ਪਟੀਸ਼ਨ 'ਤੇ ਕੀਤੀ ਹਾਈ ਕੋਰਟ ਨੇ ਕਾਰਵਾਈ ਜਾਰੀ। 7 ਅਕਤੂਬਰ ਨੂੰ ਪੇਸ਼ ਹੋਣ ਦਾ ਨੋਟਿਸ। ਕੀ ਕਹਿਣਾ ਚਾਹੋਗੇ?
ਪਹਿਲੀ ਗੱਲ ਤੇ ਇਹ ਆ ਕਿ ਅਸੀਂ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ ਜਿਹੜਾ ਵਾ ਉਹ ਫਤਿਹ ਬੁਲੰਦ ਭੁੱਲੀਏ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਗੱਲ ਤੁਸੀਂ ਕੀਤੀ ਹੈ, ਕੁਝ ਲੋਕ ਬਿਮਾਰ ਮਾਨਸਿਕਤਾ ਦੇ ਬੰਦੇ ਹੁੰਦੇ, ਜਿਹੜੇ ਬਿਮਾਰ ਮਾਨਸਿਕਤਾ ਦੇ ਬੰਦੇ ਹੁੰਦੇ ਉਹਨਾਂ ਨੂੰ ਬੌਦਰ ਕਰਨਾ ਮੈਂ ਸੋਚਦਾ ਬਹੁਤੀ ਸਿਆਣਪ ਵਾਲੀ ਗੱਲ ਨਹੀਂ। ਠੀਕ ਆ, ਆਪੇ ਅੱਜ ਦੀ ਕੱਲ ਨਹੀਂ ਪਰਸੋਂ ਦਿਨ ਕਾਬੂ ਆ ਜਾਏਗਾ। ਬਿਮਾਰ ਮਾਨਸਿਕਤਾ ਕਰਕੇ ਅੱਜ ਸੈਣੀ ਕਿੱਥੋਂ ਤੁਰਿਆ ਫਿਰਦਾ? ਜੇ ਬਿਮਾਰ ਮਾਨਸਿਕਤਾ ਬੰਦਾ ਨਾ ਹੁੰਦਾ ਤੇ ਸੰਧੂ ਸੁਸਾਈਡ ਕਰਨ ਦੀ ਕੀ ਲੋੜ ਸੀ? ਇਸ ਕਰਕੇ ਇਹੋ ਜਿਹੇ ਬੰਦੇ ਬਿਮਾਰ ਮਾਨਸਿਕਤਾ ਵਾਲੇ ਸੁਸਾਈਡ ਕਰਕੇ ਮਰਦੇ ਹੁੰਦੇ, ਕੋਈ ਘਬਰਾਉਣ ਦੀ ਕੋਈ ਗੱਲ ਜੀ। ਮਿਹਰਬਾਨੀ, ਥੈਂਕ ਯੂ ਬੜੀ ਸਾਹਿਬ। ਜਿਹੜੀ ਗੱਲ ਆਪਾਂ ਗੱਲ ਕੀਤੀ ਆ ਜੀ ਸੈਣੀ ਦੀ, ਸੈਣੀ ਹੁਣ ਬੜਾ ਕਸੂਤਾ ਫਸ ਗਿਆ। ਜਿਹੜੀ ਪ੍ਰਦੀਪ ਸਿੰਘ ਵਿਰਕ ਨੇ ਗੱਲ ਕੀਤੀ ਸੀ ਨਾ ਵੀ ਇਹ ਬਚ ਨਹੀਂ ਸਕਦਾ, ਇਹਨੂੰ ਜੇਲ੍ਹ ਜਾਣਾ ਪਏਗਾ। ਇੱਕ ਪਟੀਸ਼ਨ ਜਿਹਦੇ ਤੇ ਇਹਦੀ ਬੇਲ ਦਿੱਤੀ ਕਿ 7 ਦਿਨ ਬਾਅਦ ਤੁਸੀਂ 7 ਦਿਨ ਜੇ ਗ੍ਰਿਫਤਾਰ ਕਰਨਾ ਪੁੱਛ ਪੜਤਾਲ ਕਰਨੀ, 7 ਦਿਨ ਪਹਿਲਾਂ ਨੋਟਿਸ ਦਿਓ। ਉਹਦੇ ਉੱਤੇ ਵਿਜੀਲੈਂਸ ਨੇ ਹਾਈ ਕੋਰਟ ਚ ਰਿਕਾਲ ਅਪੀਲ ਪਾਈ। ਰਿਕਾਲ ਦਾ ਮਤਲਬ ਵੀ ਜਿਹੜੇ ਤੁਸੀਂ ਆਦੇਸ਼ ਦਿੱਤੇ ਉੱਤੇ ਮੁੜ ਵਿਚਾਰ ਕੀਤਾ ਜਾਏ। ਉਹਦੇ ਵਿੱਚ ਨੋਟਿਸ ਹੋ ਗਿਆ ਸੈਣੀ ਦੇ ਵਕੀਲਾਂ ਨੂੰ ਪਾਈ 7 ਅਕਤੂਬਰ ਨੂੰ ਆ ਕੇ ਆਪਣਾ ਪੱਖ ਪੇਸ਼ ਕਰੋ ਕਿ ਸਾਨੂੰ ਵਿਜੀਲੈਂਸ ਨੇ ਆਹ ਗੱਲ ਕਹੀ ਆ ਵੀ ਇਹ ਬੰਦਾ ਤੇ ਮਾੜਾ ਬੇਸਿਕਲੀ, ਇਸ ਕਰਕੇ ਇਹਨੂੰ ਇਹ ਬਣਦਾ ਹੀ ਨਹੀਂ, ਤੁਸੀਂ ਦਿਓ 7 ਦਿਨ ਦਾ ਟਾਈਮ ਦਿਓ। ਦੂਜੇ ਪਾਸੇ ਦੀ ਵੱਡੀ ਗੱਲ ਬਣੀ, ਸੈਸ਼ਨ ਕੋਰਟ ਦੇ ਵਿੱਚ ਇਹਦੇ ਵਕੀਲਾਂ ਨੇ ਜਿਹੜੀ ਸੀ ਗਲਤ ਬਿਆਨਬਾਜ਼ੀ ਕਰਕੇ ਗਲਤ ਆਰਡਰ ਵਿਖਾ ਕੇ ਜਿਹੜਾ ਸੀ ਇਹਨੂੰ ਬੇਲ ਲਈ 7 ਦਿਨ ਦੀ ਛਡਾਇਆ ਸੀ। ਅੱਛਾ, ਜਿਸ ਨੂੰ ਛਡਾਇਆ ਨੂੰ ਗਲਤ ਛਡਾਇਆ ਸੀ। ਉਹਦੇ ਵਿੱਚ ਸੈਸ਼ਨ ਕੋਰਟ ਨੇ ਨੋਟਿਸ ਲੈ ਲਿਆ। ਨੋਟਿਸ ਲੈ ਕੇ ਜਿਹੜੇ 2 ਵਕੀਲ ਸੀ ਉਹਨਾਂ ਨੂੰ ਫਾਜ਼ਲ ਕਰ ਲਿਆ ਵੀ ਤੁਸੀਂ 14 ਤਰੀਕ ਨੂੰ ਜਵਾਬ ਦਿਓ, ਤੁਸੀਂ ਗਲਤ ਰਿਕਾਰਡ ਕਿਉਂ ਪੇਸ਼ ਕੀਤਾ। ਜਦੋਂ ਉਹ ਪੇਸ਼ ਕਰਨਗੇ, ਜਦੋਂ ਪੇਸ਼ ਹੋਏ ਤੇ ਅਦਾਲਤ ਪੁੱਛੀ ਵੀ ਕਿਉਂ ਕੀਤਾ, ਫਿਰ ਸੈਣੀ ਬੁਲਵਾਇਆ ਜਾਏਗਾ ਤੇ ਉਹ ਵੀ ਦੁਮੜ ਜਾਏਗਾ। ਉਹਨਾਂ ਵਕੀਲਾਂ ਦੇ ਪੋਸੀਬਿਲਿਟੀ ਵੀ 2 ਸਾਲ ਵਾਸਤੇ ਬੈਨ ਹੋ ਜਾਏ ਵੀ ਤੁਸੀਂ ਵਕਾਲਤ ਹੀ ਨਹੀਂ ਕਰਦੇ। ਉਹੀ ਮੈਂ ਕੁਐਸਚਨ ਇਹੀ ਕਰ ਲੱਗਾ ਕਿ ਉਹਨਾਂ ਨੂੰ ਕੋਈ ਪਨਿਸ਼ਮੈਂਟ ਹੋ ਸਕਦੀ ਹੈ ਜੇ ਉਹ ਮਤਲਬ ਸਾਬਤ ਹੋ ਜਾਏ। ਕੋਈ ਜੁਰਮਾਨਾ ਪਾਇਆ ਜਾ ਸਕਦਾ, ਕੁਛ ਨਾ ਕੁਛ ਉਹਨਾਂ ਤੇ ਹੋਏਗਾ। ਕਿਉਂ ਕੱਲ ਜੱਜ ਜਿਹੜਾ ਸੈਸ਼ਨ ਸੀ ਬਹੁਤ ਗਰਮ ਸੀਗਾ। ਗਰਮ ਦੇ ਵਿੱਚ ਹੀ ਉਹਨੇ 1 ਹਫ਼ਤੇ ਦਾ ਟਾਈਮ ਦਿੱਤਾ ਵੀ 1 ਹਫ਼ਤੇ ਦੇ ਵਿੱਚ ਆ ਕੇ ਜਿਹੜੀ ਦੋਵੇਂ ਵਕੀਲ ਆ ਆਪਣਾ ਪੱਖ ਪੇਸ਼ ਕਰਨਾ ਵੀ ਉਹਨਾਂ ਨੇ ਉਹ ਜਿਹੜੀ ਗਲਤ ਬਿਆਨਬਾਜ਼ੀ ਕਿਉਂ ਕੀਤੀ। ਕਿਉਂਕਿ ਵਿਜੀਲੈਂਸ ਜਿਹੜੀ ਮਹਾਰਾਜ ਜਿਹੜੀ ਬੇਲ ਨੂੰ 7 ਦਿਨ ਦੀ ਦਿੱਤੀ ਆ, ਉਸ ਕੇਸ ਵਿੱਚ ਗ੍ਰਿਫਤਾਰ ਕੀਤਾ ਹੀ ਨਹੀਂ ਇਹਨੂੰ। ਅਸੀਂ ਦੂਜੇ ਕੇਸ ਗ੍ਰਿਫਤਾਰ ਕੀਤਾ ਲੇਕਿਨ ਉਹ ਸੈਸ਼ਨ ਜੱਜ ਵੀ ਨਹੀਂ ਵੇਖਿਆ। ਉਹ ਕਹਿਤਾ ਠੀਕ ਹੈ ਜੀ ਵੇਖੋ ਆਰਡਰ ਆਏ ਹਾਈ ਕੋਰਟ ਦੇ ਵੀ 7 ਦਿਨ ਪਹਿਲਾਂ ਨੋਟਿਸ ਦਿਓ। ਹੁਣ ਜਦੋਂ ਵਿਜੀਲੈਂਸ ਜਾ ਕੇ ਉਹ ਆਪਣਾ ਪੱਖ ਪੇਸ਼ ਕੀਤਾ ਉੱਥੇ, ਮਹਾਰਾਜ ਦੀ ਕਹਾਣੀ ਤੇ ਇਹ ਹੈਗੀ ਆ। ਹੁਣ ਉਹ ਵਕੀਲ ਵੀ ਪੇਸ਼ ਹੋਣਗੇ, ਚਲੋ ਤੁਸੀਂ ਲੱਖ ਲੈ ਲਿਆ ਹੋਊਗਾ, 2 ਲੱਖ ਲੈ ਲਿਆ ਹੋਊਗਾ, ਤੁਹਾਡੀ ਜ਼ਿੰਦਗੀ ਬਰਬਾਦ ਕਰ ਸਕਦਾ ਉਹ ਜੱਜ ਕਰ। ਇਸ ਕਰਕੇ ਕਿੱਥੋਂ ਤੱਕ ਲੋਕ ਪਹੁੰਚ ਜਾਂਦੇ ਸਮਝ ਨਹੀਂ ਆਉਂਦੀ। ਬਿਲਕੁਲ। ਹੁਣ ਸੈਣੀ ਦੀ ਵੀ ਜਿਹੜੀ ਆ ਉਹ ਹੋ ਸਕਦੀ ਆ ਵੀ ਗ੍ਰਿਫਤਾਰੀ ਹੋ ਜੇ, ਉਹਨਾਂ ਨੂੰ ਪਨਿਸ਼ ਹੋ ਜੇ। ਇਹ ਹੁਣ ਪਤਾ ਨਹੀਂ ਕੀ ਕਰਦੀ ਕੋਰਟ, 14 ਤਰੀਕ ਪਤਾ ਲੱਗੇਗਾ। ਵੌਇਸ ਆਫ ਸਿਟੀ 1320 AM ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਆਪਣੇ ਸਰੋਤਿਆਂ ਨੂੰ ਫਿਰ ਦੱਸਣਾ ਚਾਹੁੰਦਾ ਕਿ ਆ ਮੈਨੂੰ ਬੰਦਾ ਕਹਿ ਰਿਹਾ ਕਿ ਤੂੰ ਆਪਣੇ ਪਿਓ ਦਾ ਫਿਰ ਅਨਨੋਨ ਕਾਲ ਜਿਹੜੀਆਂ ਆ ਰਹੀਆਂ ਨੇ ਇਹਦੀਆਂ ਨੰਬਰ ਬਲੌਕ ਕਰਕੇ। ਹਾਂਜੀ, ਅਸਲੇ ਦਾ ਤੇ ਮੈਂ ਤੇ ਅਸਲੇ ਦਾ, ਤੂੰ ਬਣ ਅਸਲੇ ਦਾ, ਉਹ ਟਾਈਮ ਵੇਸਟ ਕਰਦਾ। ਕਹਿ ਰਿਹਾ ਨਹੀਂ ਵੀ ਚੱਲੀ ਜਾਣੀ ਗੱਲਬਾਤ। ਇਹ ਸੈਣੀ ਦਾ ਵੀ ਭਣਵਈਆ ਬਣ ਜਾਂਦਾ, ਸਾਲਾ ਬਣ ਜਾਂਦਾ ਕਦੀ। ਉਹ ਇਹਦੀ ਵੀ ਗੱਲ ਕਰੀਏ ਤੇ ਇਹ ਵੀ ਮਿਰਚਾਂ ਲੱਗਦੀਆਂ ਇਹਨੂੰ। ਮੁਜ਼ੱਫਰਨਗਰ ਜੀ ਮੁਜ਼ੱਫਰਨਗਰ ਰੈਲੀ ਸਮੇਂ ਮੁਸਲਮਾਨਾਂ ਦੇ ਕੀਤੀ ਟਹਿਲ ਸੇਵਾ। ਹਾਂਜੀ, ਕੀ ਕਹਿਣਾ ਚਾਹੋਗੇ? ਨਹੀਂ ਪੱਟੀ ਸਾਹਿਬ, ਇਹਨੇ ਮੈਂ ਅੱਜ ਅੱਕ ਕੇ ਬੋਲਿਆ। ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਬਹੁਤ ਸਿਰ ਤੋਂ ਪਾਣੀ ਲੰਘਿਆ। ਮੈਂ ਇਹਦੀ ਤੁਹਾਨੂੰ ਆਡੀਓ ਸੁਣਾਦਾ ਨਾ ਹੁਣੇ ਹੀ, ਮਤਲਬ ਇਹਦੀ ਆਡੀਓ ਸੁਣੀ ਨਹੀਂ ਜਾ ਸਕਦੀ। ਇੰਨਾ ਬਕਵਾਸ, ਇੰਨਾ ਬਕੜਵਾ ਵਾ। ਮਤਲਬ ਬੰਦੇ ਨੂੰ ਰਾਤ ਨੂੰ ਫੋਨ ਬੰਦ ਕਰਨਾ ਪੈਂਦਾ, ਐਮਰਜੈਂਸੀ ਕੋ ਰੱਖਣੀ ਪੈਂਦੀ ਹੈ ਨਾ। ਮਤਲਬ ਹੋਸ਼ ਆਵਾਜ਼ ਦੇ ਜਿਹੜੀ ਦਾਰੂ ਪੀਤੀ ਆ, ਸ਼ਰਾਬੀ ਆ, ਹੋਸ਼ ਆਵਾਜ਼ ਦੇ ਵਿੱਚ ਆ। ਬਿਲਕੁਲ ਕਈ ਵਾਰੀ ਇਹਨੇ ਮੈਨੂੰ ਮਤਲਬ ਫੋਨ ਕੀਤਾ, ਨੰਬਰ ਮੈਂ ਚੱਕ ਲੈਣਾ, ਹੁਣ ਫੇਰ ਆ ਰਿਹਾ ਵੇਖੋ। ਜਾਂ ਤਾਂ ਪਿਓ ਦਾ ਬਣ ਕੇ ਤੇ ਚੱਕੇ ਹੁਣ ਬੋਲ ਹੈਲੋ
ਹਾਂਜੀ ਆ ਦੇਖੋ ਹੁਣ ਕੱਟ ਗਿਆ। ਸੋ ਇਸ ਕਰਕੇ ਮੈਂ ਤਾਂ ਅਸਲੇ ਦਾ, ਤੂੰ ਬਣ ਅਸਲੇ ਦਾ। ਹੁਣ ਨਾਲ ਕਾਲਰ ਆਈਡੀ ਬਲੌਕ ਨਾ ਕਰ, ਫਿਰ ਬੜਾ ਤਾਂ ਆਉਂਦਾ ਸਵਾਲ ਤਾਂ ਆਉਂਦਾ, ਸਵਾਲ ਤਾਂ ਆਉਂਦਾ ਵਾ। ਕਿਉਂ ਪਾਟੀ ਸਾਹਿਬ? ਕੱਲ ਹਰਜੀਤ ਗਰੇਵਾਲ ਵੀ ਇਹ ਕੁਝ ਕੀਤਾ ਉਹਨੇ, ਤੁਹਾਨੂੰ ਪਤਾ ਹੈ? ਜੀ ਜੀ। ਇੱਕ ਪੱਤਰਕਾਰ ਨੂੰ ਕਹਿ ਦਿੱਤਾ, ਲੜਕੀ ਪੱਤਰਕਾਰ ਸੀ, ਉਹ ਡਿਸਕਸ ਕਰ ਸੀ ਉਹਨੇ ਉਹਨੂੰ ਕਿਹਾ ਵੀ ਤੁਹਾਨੂੰ ਕਿਵੇਂ ਪਤਾ ਵੀ ਕਿਸਾਨ ਜਿਹੜੇ ਨੇ ਇਹ ਸਿਆਸੀ ਤੌਰ ਤੇ ਕੁਛ ਕਰ। ਉਹ ਅੱਗੋਂ ਕਹਿੰਦਾ ਵੀ ਤੂੰ ਮੈਨੂੰ ਇਹ ਦੱਸ ਦੇ ਕਿ ਤੇਰਾ ਪਿਓ ਕੌਣ। ਉਹ ਬੀਬੀ ਨੇ ਝਾੜੋ ਦੀ ਫਿਰ ਤਰੀਕੇ ਦਾ ਕੀਤੀ, ਸਲੀਕੇ ਦਾ ਕੀਤੀ, ਤੇ ਮੁੜ ਕੇ ਉਹਦੇ ਕੋਲ ਜਵਾਬ ਕੋਈ ਨਹੀਂ ਸੀ, ਫੋਨ ਕੱਟ ਗਿਆ। ਇਸ ਕਰਕੇ ਇਹੋ ਜਿਹੇ ਲੋਕਾਂ ਨੂੰ ਬੋਦਰ ਨਾ ਕਰੋ। ਮੈਂ ਤੁਹਾਨੂੰ ਲਿਖ ਕੇ ਦੇ ਸਕਦਾ, ਬੰਦਾ ਇੱਕ ਲੱਖ ਦਾ ਸੁਸਾਈਡ ਕਰੇਗਾ ਨਾ ਕਰਕੇ ਜੇ ਮਰਜ਼ੀ ਜੀ। ਚਲੋ ਅਸੀਂ ਤਾਂ ਫਿਰ ਵੀ ਦੁਆ ਕਰ ਦਿੱਤਾ, ਬਿਮਾਰ ਬੰਦੇ ਹੁੰਦੇ ਆ ਜੀ ਮਾਨਸਿਕ ਤੌਰ। ਅੱਛਾ, ਜਿਹੜੀ ਮੁਜ਼ੱਫਰਨਗਰ ਦੀ ਜਿਹੜੀ ਕਿਸਾਨ ਮਹਾਸਭਾ ਪੰਚਾਇਤ ਨੇ ਦੇਸ਼ ਵਿੱਚ ਨਵੀਂ ਚੇਤਨਾ ਦਾ ਆਗਾਜ਼ ਕੀਤਾ ਹੈ, ਹਾਂਜੀ, ਇਹ ਇਹਨਾਂ ਦਾ ਵੀ ਬਣ ਜਾਂਦਾ ਜੀ ਕਿਸੇ ਵੇਲੇ ਰਿਸ਼ਤੇਦਾਰ। ਕੋਈ ਵੀ ਗੱਲ ਕਰੋ ਤੁਸੀਂ, ਕੋਈ ਵੀ ਗੱਲ, ਮੈਂ ਤੁਹਾਡਾ ਨਾਂ ਲੈ ਕੇ ਨੇ ਖਾਸ ਤੌਰ ਤੇ ਮੈਂ ਇਸ ਪ੍ਰੋਗਰਾਮ ਦੇ ਵਿੱਚ ਤਾਂ ਬੋਲਿਆ, ਤੁਹਾਡਾ ਨਾਂ ਲੈ ਕੇ ਇਹਨੇ 2-3 ਵਾਰੀ ਗੱਲਾਂ ਕੀਤੀਆਂ ਨੇ। ਭੱਟੀ ਸਾਹਿਬ ਆ ਕੇ ਭੱਟੀ ਸਾਹਿਬ ਜਵਾਬ ਦੇ, ਸਵਾਲ ਕਰ ਲਾ ਜਾਣਾ। ਇਹਨੂੰ ਮੈਂ ਆਪਣਾ ਨੰਬਰ ਆਪ ਹੀ ਦੇ ਦਿੰਦਾ, ਇਹ ਮੇਰੇ ਨਾਲ ਗੱਲ ਕਰ ਲੈ ਤੇ ਮੇਰੇ ਕੋਲ ਜਿਹੜਾ ਜਵਾਬ ਲੈ ਲੈ, ਕੋਈ ਪ੍ਰੋਬਲਮ ਨਹੀਂ। ਚਲੋ ਕੋਈ ਨਹੀਂ, ਛੱਡੋ ਤੁਸੀਂ ਭੱਟੀ ਸਾਹਿਬ। ਮੁਜ਼ੱਫਰ ਕੋਈ ਨੰਬਰ ਹੈਗੇ ਨੇ, ਸਾਰਿਆਂ ਦੇ ਹੈਗੇ ਨੇ, ਇੰਨੀ ਜੋਗਾ ਹੈ ਨਹੀਂਗਾ। ਅਸੀਂ ਰੋਜ਼ ਕਿਉਂਕਿ ਉੱਥੇ ਕਾਲਰ ਆਈਡੀ ਬਲੌਕ ਕਰਕੇ ਫੋਨ ਨਹੀਂ ਹੋਣਾ, ਸਿੱਧੇ ਕਰਦੇ ਉੱਥੇ ਕਾਲਰ ਆਈਡੀ ਬਲੌਕ ਕਰਕੇ ਨੰਬਰ ਨਹੀਂ ਨਾ ਹੋਣਾ। ਉੱਥੇ ਕੋਈ ਨਾ ਕੋਈ ਪੈਸੇ ਖਰਚਣੇ ਪੈਣੇ, ਇੰਨੀ ਤਾਂ ਔਕਾਤ ਨਹੀਂ ਹੈਗੀ। ਮਰੇ ਕੁੱਤੇ ਦੀ ਸਮੈਲ ਆਉਂਦੀ ਇਹਦੇ ਕੋਲੋਂ। ਮੁਜ਼ੱਫਰ ਦੀ ਜਿਹੜੀ ਕਿਸਾਨ ਮਹਾਸਭਾ ਪੰਚਾਇਤ ਨੇ ਦੇਸ਼ ਵਿੱਚ ਨਵੀਂ ਚੇਤਨਾ ਦਾ ਆਗਾਜ਼ ਕੀਤਾ, ਕੀ ਕਹਿਣਾ ਚਾਹੋਗੇ? ਵੇਖੋ ਜੀ, ਉੱਤਰ ਪ੍ਰਦੇਸ਼ ਦਾ ਮੁਜ਼ੱਫਰਨਗਰ ਜ਼ਿਲ੍ਹਾ, ਮੁਜ਼ੱਫਰਨਗਰ ਦੇ ਵਿੱਚ 8 ਸਤੰਬਰ 1857 ਨੂੰ ਪਹਿਲਾ ਗਦਰ ਹੋਇਆ ਸੀ, ਜਿੱਥੋਂ ਆਜ਼ਾਦੀ ਦੀ ਬੁਨਿਆਦ ਰੱਖੀ ਗਈ ਜੀ। ਹੁਣ ਮੁਜ਼ੱਫਰਨਗਰ ਤੇ 5 ਸਤੰਬਰ 2021 ਨੂੰ ਜਿਹੜਾ ਸੀ ਇੱਕ ਬੁਨਿਆਦ ਰੱਖੀ ਗਈ, ਜਿਹਨਾਂ ਕਿਹਾ ਕਿ ਅਸੀਂ ਆਜ਼ਾਦੀ ਚਾਹੁੰਦੇ। ਦੇਸ਼ ਨੂੰ ਆਜ਼ਾਦੀ ਮਿਲ ਗਈ ਆ, ਲੇਕਿਨ ਕਿਸਾਨ ਨੂੰ ਤੇ ਇੱਥੋਂ ਦੇ ਨਾਗਰਿਕ ਨੂੰ ਆਜ਼ਾਦੀ ਨਹੀਂ। ਇੱਥੋਂ ਤੱਕ ਇੱਕ ਬੁਲਾਰੇ ਨੇ ਕਹਿ ਦਿੱਤਾ ਜੀ, ਵੇਖੋ ਰਾਵਣ ਨੇ ਤੇ ਮਾਤਾ ਸੀਤਾ ਨੂੰ ਹਰਨ ਕੀਤਾ ਸੀਗਾ, ਮੋਦੀ ਸਾਹਿਬ ਤੇ ਸਾਡੀ ਧਰਤੀ ਮਾਤਾ ਹੀ ਹਰਨ ਕਰਨ ਤੇ ਤੁਲੇ ਹੋਏ। ਓਏ ਹੋਏ ਹੋਏ, ਬੁਲਾਰੇ ਇੱਥੋਂ ਤੱਕ ਚਲੇ ਗਏ, ਇੱਥੋਂ ਤੱਕ ਚਲੇ ਗਏ। ਹੁਣ ਜਿੱਥੇ ਇਹ ਰੈਲੀ ਹੋਈ ਹੈ, GIC ਗਵਰਨਮੈਂਟ ਇੰਟਰ ਕਾਲਜ, 17 ਏਕੜ ਜ਼ਮੀਨ ਆ ਜਿਹਦੇ ਵਿੱਚ ਰੈਲੀ ਹੋਈ ਹੈ। ਆਮ ਤੌਰ ਤੇ ਕਿਹਾ ਜਾਂਦਾ ਵੀ ਇੱਥੇ ਜਿਹੜੀ ਰੈਲੀ ਹੁੰਦੀ ਹੈ ਉਹ ਯੂਪੀ ਸਰਕਾਰ ਦਾ ਜਿਹੜਾ ਵਾ ਉਹ ਦੱਸਦੀ ਹੈ ਵੀ ਕਿਹੜੀ ਸਰਕਾਰ ਬਾਜੀ ਲੱਗੇਗੀ ਕਿ ਸਰਕਾਰ ਬਣੀ। ਅੱਛਾ, ਜੇ ਇਹ ਰੈਲੀ ਪੂਰੀ ਭਰ ਜਾਵੇ ਤੇ ਸਮਝ ਲਓ ਸਰਕਾਰ ਦੀ ਬਾਜੀ ਲੱਗੇਗੀ। ਅੱਛਾ, ਲੇਕਿਨ ਇੱਥੇ ਉਨੀ ਜਿਹੜੀ ਭਰੀ ਉਨੀ ਸੰਗਤ ਬਾਹਰ ਪੂਰੀ ਫਿਰਦੀ ਸੀ। ਲੋਕਾਂ ਨੂੰ 10-10 ਕਿਲੋਮੀਟਰ ਪੈਦਲ ਆ ਕੇ ਰੈਲੀ ਸ਼ਮੂਲੀਅਤ ਕਰਨੀ। ਭੱਟੀ ਸਾਹਿਬ ਹੋਲਡ ਰੱਖਿਓ ਇੱਕ ਮਿੰਟ। ਹਾਂਜੀ, ਵੈਲਕਮ ਜੀ, ਬੋਲੋ ਜੀ, ਸਤਿ ਸ੍ਰੀ ਅਕਾਲ। ਬੋਲੋ ਜੀ, ਸਤਿ ਸ੍ਰੀ ਅਕਾਲ। ਐਡਾ ਸ਼ੇਰ ਆਏ, ਰੇਡੀਓ ਪ੍ਰੋਗਰਾਮ ਸੁਣਦਾ ਪਿਆ, ਐਡਾ ਸ਼ੇਰ ਆ, ਪਤਾ ਨਹੀਂ ਕਿਹੜੀ ਮਾਂ ਦਾ ਦੁੱਧ ਪੀਤਾ ਇਹਨੇ, ਇੰਨਾ ਸ਼ੇਰ ਆ, ਆਵਾਜ਼ ਨਹੀਂ ਬੋਲਣਾ ਚਾਹੁੰਦਾ ਆਪਣੀ ਇਹਦੇ ਉੱਤੇ, ਕਿਉਂਕਿ ਪਛਾਣ ਲੈਣੀ ਹੈ ਹਨਾ। ਐਡਾ ਸ਼ੇਰ, ਇੰਨਾ ਕੁ ਸ਼ੇਰ, ਬਸ ਤੂੰ ਮੈਨੂੰ ਕਹਿੰਦਾ ਅਸਲੇ ਦਾ ਬਣ ਮਾਮਾ, ਤੂੰ ਤਾਂ ਇੰਨਾ ਸ਼ੇਰ ਆ, ਗੱਲ ਵੀ ਨਹੀਂ, ਆਵਾਜ਼ ਵੀ ਨਹੀਂ ਸੁਣਾ ਸਕਦਾ ਰੇਡੀਓ ਤੇ। ਲੱਖ ਲਾਂਤ ਤੇਰੇ ਜੰਮਣ ਦੇ, ਸੁਣਦਾ ਵੀ ਦੇਖਦਾ ਹੋਏਗਾ ਤੂੰ, ਲੱਖ ਲਾਂਤ। ਹੁਣ ਇਹਦੇ ਬਾਅਦ ਤੈਨੂੰ ਮੈਂ ਕੀ ਕਵਾਂ। ਹਾਂਜੀ, ਚਲੋ ਤੁਸੀਂ ਆਪਣੀ ਗੱਲ ਪੂਰੀ ਕਰੋ। ਹੁਣ ਆਪਾਂ ਗੱਲ ਕਰਦੇ, ਜਿਹੜਾ ਮੌਰੀਆ, ਕੇਸ਼ਵ ਪ੍ਰਸਾਦ ਮੌਰੀਆ ਦਾ ਮੰਤਰੀ ਹੈ, ਉਹ ਲੋਕਾਂ ਨੂੰ ਕਹਿੰਦਾ ਵੀ ਇਹ ਰੈਲੀ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੈਗੀ। ਜਿਹੜਾ ਮੌਰੀਆ ਜੀ ਭਾਈ ਕੰਧ ਤੇ ਲਿਖਿਆ ਪੜ੍ਹਨਾ ਸਿੱਖ ਲਓ, ਕੰਧ ਤੇ ਲਿਖਿਆ ਤੁਸੀਂ ਵੇਖ ਰਹੇ ਹੋ, ਪੜ੍ਹ ਨਹੀਂ ਰਹੇ। ਕੰਧ ਕੀ ਕਹਿੰਦੀ ਹੈ? ਵਰਨ ਗਾਂਧੀ ਜਿਹੜਾ ਹੈਗਾ BJP ਦਾ ਆਗੂ ਆ, 3 ਵਾਰ ਦਾ MP ਆ, ਉਹਨੇ ਵੀ ਕਹਿ ਦਿੱਤਾ ਕਿ ਕਿਸਾਨ ਸਾਡੇ ਆਪਣੇ, ਇਹਨਾਂ ਦਾ ਬਿਨਾਂ ਕਿਸੇ ਦੇਰੀ ਤੋਂ ਮਸਲਾ ਹੱਲ ਕਰੇ ਸਰਕਾਰ। ਇਹਦਾ ਮਤਲਬ ਇਹ ਆ ਕਿ BJP ਦੇ ਵਿੱਚ ਬੈਠੇ ਜਿਹੜੇ ਆਗੂ ਨੇ ਉਹ ਵੀ ਕਿਸਾਨਾਂ ਦਾ ਦਰਦ ਰੱਖਦੇ ਆ, ਲੇਕਿਨ ਪੇਸ਼ ਕੋਈ ਨਹੀਂ ਜਾਂਦੀ। ਬਿਲਕੁਲ। ਹੁਣ ਇਹਦੇ ਵਿੱਚ ਤੁਸੀਂ ਵੇਖ ਲਓ,
ਕਿ ਇਹ ਰੈਲੀ ਦੇ ਵਿੱਚ ਟਕੈਤ ਨੇ ਇਹ ਕਹਿਤਾ ਵੀ ਸਾਡੀ ਆਜ਼ਾਦੀ ਦੀ ਲੜਾਈ ਆ, ਆਜ਼ਾਦੀ ਦੀ ਲੜਾਈ ਜਾਰੀ ਰਹੇਗੀ ਤੇ 27 ਸਤੰਬਰ ਨੂੰ ਅਸੀਂ ਭਾਰਤ ਬੰਦ ਦਾ ਐਲਾਨ ਕਰਦੇ। 7 ਸਤੰਬਰ ਨੂੰ ਮਤਲਬ ਅੱਜ ਕਰਨਾਲ ਚ ਰੈਲੀ ਹੈ। 9 ਤੇ 10 ਨੂੰ ਜਾ ਕੇ ਮੀਟਿੰਗ ਰੱਖੀ ਗਈ ਲਖਨਊ ਦੇ ਵਿੱਚ। ਜਦੋਂ ਕਿਸਾਨ ਲਖਨਊ ਦਾ ਐਲਾਨ ਲੱਗਦੇ ਆ ਤੇ ਉਦੋਂ ਬੀਜੇਪੀ ਥੋੜੀ ਜਿਹੀ ਕੰਬਦੇ ਆ, ਇਹਨਾਂ ਆ ਕੇ ਪਤਾ ਨਹੀਂ ਕਿਹੜੀ ਧੁੱਪ ਚਲਾ ਦੇਣੀ। ਇਸ ਕਰਕੇ ਜਿਹੜੀ ਕੱਲ ਦੀ ਮੁਜ਼ੱਫਰ ਰੈਲੀ ਹੋਈ ਆ ਉਹਨੇ ਇੱਕ ਨਵੀਂ ਚੇਤਨਤਾ ਪੈਦਾ ਕਰਤੀ ਹੈ। ਕਿਸਾਨਾਂ ਨੂੰ ਦੱਸਦਾ ਵੀ ਤੁਹਾਡੇ ਹੱਕ ਕੀ ਹੈਗੇ ਆ, ਤੁਸੀਂ ਕਿਵੇਂ ਲੈਣੇ ਆ। ਹੁਣ ਤੱਕ ਤੇ ਕਿਸਾਨ ਸਿਰਫ ਵੋਟ ਹੀ ਬਣੇ ਗਏ ਰਹੇ ਜੀ। ਬਿਲਕੁਲ ਬਿਲਕੁਲ। ਹੁਣ ਵੋਟ ਦੀ ਚੋਟ ਤੇ ਆਪਣੀ ਆਜ਼ਾਦੀ ਦੀ ਲੜਾਈ ਲੜਨਗੇ ਜੀ। ਚਲੋ ਅਗਲੀ ਕਾਲ ਲੈ ਲੈਣੇ ਆਪਾਂ, ਸਾਡੇ ਨਾਲ ਕਾਲਰ ਨੇ, ਦੇਖਦੇ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਉਹ ਚਾਵਲਾ ਸਾਹਿਬ ਪੁੱਤਰਾ, ਅੱਜ ਮੈਂ ਪਹਿਲੀ ਦਫਾ ਪੁੱਤਰ ਕਹਿ, ਤੁਸੀਂ ਕਿਉਂ ਆਪਦਾ ਖੂਨ ਸਾੜਦੇ ਆ? ਇਹ ਗਿੱਦੜ ਲੋਕ ਹੋ ਗਏ, ਸਾਹਮਣੇ ਆ ਕੇ ਬੋਲਿਆ ਕੰਜੇ ਬੋਲਣਾ। ਚਲੋ ਮੈਨੂੰ ਤੁਸੀਂ ਦੱਸੋ, ਉਹ ਕਿਤਾਬਾਂ ਆ ਗਈਆਂ ਬੇਟੀ ਦੀਆਂ ਕਿੰਨੀਆਂ ਆਈਆਂ? ਮੈਂ ਦੇ ਦਾਂਗਾ ਤੁਹਾਨੂੰ, ਮੇਰੇ ਕੋਲ ਹੈਗੀਆਂ ਨੇ, ਰੱਖੀਆਂ ਹੋਈਆਂ ਤੁਹਾਡੇ ਵਾਸਤੇ। ਹਾਂਜੀ ਉਹ ਮੈਂ ਟੈਕਸਟ ਮੈਸੇਜ ਵੀ ਕੀਤਾ। ਹਾਂਜੀ ਆ ਗਈਆਂ ਆ ਗਈਆਂ ਆ ਗਈਆਂ ਆ ਮੈਂ ਗਈਆਂ। ਬਲਾਕ ਕਰਕੇ ਕਰਦਾ। ਨਹੀਂ ਨਹੀਂ ਅੰਕਲ ਆ ਗਈਆਂ, ਦੇ ਦਾਂਗੇ, ਕੋਈ ਨਹੀਂ, ਨੋ ਪ੍ਰੋਬਲਮ। ਥੈਂਕ ਮੈਂ ਯੂ। ਆਪੇ ਲੈ ਲੂੰਗਾ। ਆ ਜਾਓ, ਮੈਨੂੰ ਮਿਲ ਜਿਓ ਨਾਲੇ, ਠੀਕ ਹੈ। ਨਹੀਂ ਮੈਂ ਘਰੇ ਮੈਂ ਕਿੱਥੇ ਆ ਜਾਣਾ। ਚਲ ਮੈਂ ਪਹੁੰਚਾ ਦੂੰਗਾ ਤੁਹਾਨੂੰ, ਪਹੁੰਚਾ ਦੂੰਗਾ ਮੈਂ। ਚਲੋ ਹੁਣ ਮੈਂ ਰੇਡੀਓ ਕਰ ਲਾਂ, ਮੈਂ ਪਹੁੰਚਾ ਦੂੰਗਾ ਤੁਹਾਨੂੰ। ਮੈਂ ਰੱਖੀਆਂ ਹੋਈਆਂ ਤੁਹਾਡੇ ਵਾਸਤੇ, ਸਾਰਾ ਸੈੱਟ ਰੱਖਿਆ ਹੋਇਆ। ਥੈਂਕ ਯੂ। ਹਾਂਜੀ ਵੈਲਕਮ ਜੀ। ਨੈਕਸਟ ਕਾਲ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਹੈਲੋ। ਚਲੋ ਐਨੀਵੇ, ਮੈਂ ਸਾਡੇ ਹੁਣ ਕਾਲਰ ਨੇ ਕੋਈ ਮੁਜ਼ੱਫਰ ਨਗਰ ਰੈਲੀ ਸਮੇਂ ਇੱਕ ਪਤਾ ਲੱਗਾ ਹੈ ਕਿ ਉੱਥੇ ਜਿਹੜਾ ਅੱਲਾਹੂ ਅਕਬਰ ਦੇ ਨਾਰੇ, ਹਰ ਹਰ ਮਹਾਦੇਵ ਦੇ ਨਾਰੇ ਟਕੈਤ ਨੇ ਜਿਹੜੇ ਲਾਏ ਨੇ, ਇਹ ਕਿੱਧਰ ਨੂੰ ਮਤਲਬ ਟਕੈਤ ਸਾਹਿਬ ਰਾਜਨੀਤੀ ਵਾਲੇ ਪਾਸੇ ਵੀ ਆ ਕੇ ਜਾਪਦਾ। ਪਰ ਇਹ ਵੀ ਪਤਾ ਲੱਗਾ ਹੈ ਕਿ ਉੱਥੇ ਮੁਸਲਮਾਨ ਭਾਈਚਾਰੇ ਨੇ ਕਾਫੀ ਟਹਿਲ ਸੇਵਾ ਵੀ ਕੀਤੀ ਹੈ। ਇਸੇ ਧਰਤੀ ਤੇ 2013 ਚ ਬਕਾਇਦਾ ਤੌਰ ਤੇ ਦੰਗੇ ਹੋਏ ਸੀ। ਦੰਗੇ ਕਰਵਾਏ ਗਏ ਸੀ ਤੇ 62 ਵਿਅਕਤੀਆਂ ਦੀ ਜਾਨ ਗਈ ਸੀ। ਇੱਕ ਨਹੀਂ, ਦੋ ਨਹੀਂ, 62 ਵਿਅਕਤੀ ਥੋੜੇ ਦਿਨ। ਉਹਨੂੰ ਕਵਰ ਕਰਨ ਵਾਸਤੇ ਜਿੱਥੇ ਮੁਸਲਮਾਨ ਤੇ ਉਦੋਂ ਹਿੰਦੂ ਆਮੋ ਸਾਹਮਣੇ ਸੀ, ਜੇ ਮੁਸਲਮਾਨਾਂ ਦੇ ਕੋਈ ਕਾਬੂ ਹੁੰਦਾ ਸੀ ਉਹ ਭੜਕਾ ਦਿੰਦੇ, ਜੇ ਹਿੰਦੂਆਂ ਦੇ ਕਾਬੂ ਨਾਲ ਮਾਰ ਦਿੰਦੇ ਸੀ। ਅੱਛਾ। 62 ਬੰਦੇ ਮਰੇ ਜੀ, 62 ਬੰਦੇ। ਹਾਂਜੀ 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 ਹਾਂਜੀ। ਅੱਜ ਜੇ ਟਕੈਤ ਸਾਹਿਬ ਨੇ ਉਸ ਸਟੇਜ ਤੋਂ ਕਿਹਾ ਵੀ ਮੈਂ ਕਹੂੰਗਾ ਜੈ ਸ਼੍ਰੀ ਰਾਮ, ਤੁਸੀਂ ਕਹੋ ਅੱਲਾਹੂ ਅਕਬਰ, ਮੈਂ ਕਹੂੰਗਾ ਅੱਲਾਹੂ, ਤੁਸੀਂ ਜੈ ਸ਼੍ਰੀ ਰਾਮ ਕਹਿਣਾ। ਉਹ ਸਦ ਭਾਵਨਾ ਤੇ ਆਪਸੀ ਏਕਤਾ ਦੀ ਗੱਲ ਕੀਤੀ ਸੀ। 500 ਦੇ ਕਰੀਬ ਲੰਗਰ ਲਗਾਏ ਗਏ ਸੀ ਤੇ ਮੁਸਲਮਾਨਾਂ ਨੇ ਉੱਥੇ ਚਾਹ ਦੀ, ਬ੍ਰੈਡ ਦੀ, ਪ੍ਰਸ਼ਾਦੇ ਦੀ ਪੂਰੀ ਸੇਵਾ ਕੀਤੀ ਜੀ। ਸੰਗਤਾਂ ਨੂੰ ਰੋਕ ਰੋਕ ਕੇ ਛਕਾਇਆ ਪਈ, ਨਹੀਂ ਛੱਕ ਕੇ ਜਾਓ ਜੀ, ਛੱਕ ਕੇ ਜਾਓ, ਤੁਸੀਂ ਛਕੋ ਪਹਿਲਾਂ, ਇੱਥੇ ਤੁਸੀਂ ਅੱਗੇ ਫਿਰ ਜਾਓ ਤੁਸੀਂ। ਜਿਹੜੀ ਚੀਜ਼ ਨੂੰ ਲੈ ਕੇ ਬੀਜੇਪੀ ਨੇ 2014 ਸਰਕਾਰ ਬਣਾਈ ਸੀ, ਉਹਦੇ ਉਲਟ ਬਿਲਕੁਲ ਟਕੈਤ ਸਾਹਿਬ ਨੇ ਕੱਲ ਇਹ ਨਾਰਾ ਦੇ ਕੇ ਜਿਹੜਾ ਸੀ ਲੋਕਾਂ 'ਚ ਚੇਤਨਤਾ ਭਰੀ ਹੈ, ਲੋਕਾਂ 'ਚ ਆਪਸੀ ਭਾਈਚਾਰਕ ਸਾਂਝ ਭਰੀ ਹੈ, ਲੋਕਾਂ 'ਚ ਸਦਭਾਵਨਾ ਭਰੀ। ਭਾਵੇਂ ਇਹਦੇ ਮਤਲਬ ਜੋ ਮਰਜ਼ੀ ਲੈ ਜਾਣ, ਬੀਜੇਪੀ ਵਾਲੇ ਕਰਨਗੇ, ਉਹ ਨਿਕਲੇ ਕੱਟ ਕੇ ਲਾਉਣਗੇ, ਵੇਖੋ ਜੀ ਇਹ ਤੇ ਮੁਸਲਮਾਨ ਬਣ ਗਿਆ ਜੀ, ਫਲਾਣ ਬਣ ਗਿਆ, ਕਈ ਕੁਝ ਕਹਿਣਗੇ ਉਹ। ਲੇਕਿਨ ਉਹ ਕਹਿੰਦਾ ਮੈਨੂੰ ਨਹੀਂ ਪਤਾ, ਮੈਂ ਕਿਸਾਨ ਹੈਗਾ, ਮੈਂ ਸਭ ਦਾ ਸਾਂਝਾ। ਪਰ ਉਹਨੇ ਵੇਖੋ ਗੱਲ ਇਹ ਆ ਕਿ ਉਹਨੇ ਬਹੁਤ ਦੂਰ ਦੀ ਜਿਹੜੀ ਗੱਲ ਪਹਿਲਾਂ ਕਹੀ ਹੈ ਕਿ ਸਾਨੂੰ ਜੋ ਭੜਕਾਇਆ ਗਿਆ ਸੀ, ਉਦੋਂ ਜੋ ਹੋਇਆ ਸੀ, ਉਹਦੀ ਉਹ ਅੰਦਰ ਹਾਂਜੀ ਹਾਂਜੀ ਜੀ ਮਹਿਸੂਸ ਕਰਦਾ। ਉਹ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਇਹੀ ਟਕੈਤ ਹੁੰਦਾ ਸੀ ਜਿਹੜਾ ਜਾ ਕੇ ਜਿਹੜਾ ਪ੍ਰਚਾਰ ਕਰਦਾ ਸੀ। ਬਿਲਕੁਲ ਮਹਿਸੂਸ ਕਰਦਾ ਕਿ ਗਲਤ ਸੀ, ਗਲਤ ਸੀ। ਅੱਜ ਉਹੀ ਟਕੈਤ ਜਿਹੜਾ ਵਾ ਉਹ ਦੇਖੋ ਆਪਸੀ ਸਦਭਾਵਨਾ ਪੈਦਾ ਕਰਕੇ ਜਿਹੜਾ ਹੀਰੋ ਬਣਿਆ ਪਿਆ। ਬਿਲਕੁਲ, ਚਲੋ ਚੰਗੀ ਗੱਲ ਆ। ਚਲੋ ਅੱਜ ਟਕੈਤ ਨੂੰ ਬੀਜੇਪੀ ਕਹਿੰਦੇ ਤੂੰ ਸੀਟ ਕਿਹੜੀ ਲੈਣੀ ਹੈ, ਕਿੱਥੋਂ ਇਲੈਕਸ਼ਨ ਲੈਣੀ, ਤੈਨੂੰ ਕਾਗਜ਼ ਕਰਾ ਦੇਣਗੇ, ਮਿਸਟਰ ਬਣਾਦਾ। ਬਿਲਕੁਲ ਮੈਨੂੰ ਕੋਈ ਸੀਟ ਕੋਈ ਬੀਜੇਪੀ ਦੀ ਜੇਕਰ ਉਹ ਸੀਟ ਲੈ ਕੇ ਅੱਜ ਚੋਣ ਮੈਦਾਨ ਦੇ ਵਿੱਚ ਉਤਰਦਾ ਤੇ ਜ਼ਮਾਨਤ ਵੀ ਜ਼ਬਤ ਉਸੇ ਦੀ ਹੋਣੀ। ਅਗਲੀ ਗੱਲ ਸੁਣ ਲਓ, ਰਾਜੇਵਾਲ ਨੂੰ ਕੀ ਕਿਹਾ? ਰਾਜੇਵਾਲ ਦਾ ਨਾਲ ਛਾੜਿਆ ਗਿਆ ਵੀ ਉਹ ਆਪ ਵੱਲੋਂ ਮੁੱਖ ਮੰਤਰੀ ਹੋਏ। ਰਾਜੇਵਾਲ ਨੇ 3 ਵਾਰੀ ਪ੍ਰੈਸਨਲ ਦਿੱਤੀ ਭਾਈ, ਇਹ ਬੀਜੇਪੀ ਦੇ 3700 ਜਿਹੜੇ ਕਾਰਕੁਨ ਲੱਗੇ ਨਾ ਸੋਸ਼ਲ ਮੀਡੀਆ ਤੇ, ਉਹ ਮੇਰਾ ਨਾਮ ਉਜਾਗਰ ਕਰ ਰਹੇ, ਮੈਂ ਕੋਈ ਇਲੈਕਸ਼ਨ ਨਹੀਂ ਲੜਨੀ। ਜਦੋਂ ਦੂਸਰੀ ਵਾਰੀ ਬਣਾਇਆ ਵਾ ਲੱਖੋਵਾਲ ਨੂੰ ਚੇਅਰਮੈਨ ਬਣਾਇਆ ਦਾ ਆਪਣੇ ਦਾ ਮੰਡੀਕਰਨ ਬੋਰਡ ਦਾ, ਦੂਜੀ ਵਾਰੀ ਬਾਦਲ ਸਾਹਿਬ ਨੇ ਅਪਰੋਚ ਕੀਤੀ ਸੀ ਤੁਹਾਨੂੰ ਬਣਾ ਦਈਏ, ਕਹਿੰਦਾ ਨਹੀਂ ਜੀ, ਮੈਂ ਜਿਹੜਾ ਕੰਮ ਕਰਨਾ ਮੈਨੂੰ ਕਰਨ ਦਿਓ, ਲੱਖੋਵਾਲ ਨੂੰ ਬਣਾ ਦਿਓ ਤੁਸੀਂ ਜੀ। ਅੱਛਾ ਪੱਟੀ ਸਾਹਿਬ ਲੱਖੋਵਾਲ ਕਿੱਥੇ ਆ? ਜੀ 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 ਬਿਲਕੁਲ ਸਹੀ ਗੱਲ।
ਭੱਟੀ ਸਾਹਿਬ, ਹਰ ਸਾਲ ਆਪਾਂ ਗੱਲ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਜਿਹੜੇ ਸਰੂਪ ਨੇ ਪ੍ਰਕਾਸ਼ ਦਿਵਸ ਸਜਾਉਣ ਵਾਸਤੇ ਦਰਬਾਰ ਸਾਹਿਬ ਦੇ ਵਿੱਚ ਕਾਫੀ ਵੱਡੀ ਤਾਦਾਦ ਦੇ ਵਿੱਚ ਫੁੱਲਾਂ ਦੀ ਮਾਲਾ ਕੀਤੀ ਜਾਂਦੀ ਹੈ, ਗੁਲਦਸਤੇ ਸਜਾਏ ਜਾਂਦੇ ਨੇ, ਹਨਾ। ਇਹ ਮੇਰੇ ਖਿਆਲ ਇੱਕ ਪਰਿਵਾਰ ਸੇਵਾ ਲੈਂਦਾ, ਹਨਾ, ਉਹਦੀ ਸ਼ਰਧਾ ਹੋਊਗੀ ਜੀ 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 ਉਹਨਾਂ ਦੀ ਸ਼ਰਧਾ ਹੋਊਗਾ। ਵੇਖੋ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜਗੰਤਰ ਖਾਈ ਖਾਏ, ਹੋ ਸਕਦਾ ਉਹਦੀ ਕੋਈ ਸ਼ਰਧਾ ਹੈ, ਉਹਨੇ ਅਰਦਾਸ ਕੀਤੀ ਹੈ ਮਹਾਰਾਜ ਦੇ ਦਰਬਾਰ ਦੇ ਵਿੱਚ। ਪਰ ਆਪਾਂ ਕਈ ਵਾਰੀ ਗੱਲ ਕੀਤੀ ਹੈ ਕਿ ਬਾਅਦ ਦੇ ਵਿੱਚ ਉਹ ਫੁੱਲ ਜਿਹੜੇ ਨੇ ਮਤਲਬ ਸਰੋਵਰ ਦੇ ਵਿੱਚ ਵੀ ਡਿੱਗਦੇ ਨੇ, ਮਤਲਬ ਕਈ ਤਰ੍ਹਾਂ ਦੀਆਂ ਗੱਲਾਂ ਆਪਾਂ ਕੀਤੀਆਂ, ਪਰ ਪਤਾ ਲੱਗਾ ਕਿ ਫੇਰ 100 ਟਨ ਫੁੱਲਾਂ ਦੇ ਗੁਲਦਸਤੇ ਫੇਰ ਉੱਥੇ। ਬਿਲਕੁਲ ਜੀ, ਇਹ ਕੇ ਸ਼ਰਮਾ ਨੇ, ਐਮਲ ਫਾਰਮੇਸੀ ਵਾਲੇ ਨੇ, ਹਰ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ 3 ਸਾਲ ਹੋ ਗਏ ਤਾਂ ਲਾਉਂਦਿਆਂ ਨੂੰ ਵੀ ਇਹ ਫੁੱਲ ਲਿਆ ਕੇ ਬੜੇ ਸੋਹਣੇ ਖੰਡੇ ਬਣਾ ਕੇ ਫੁੱਲਾਂ ਦੇ ਬੜੇ ਸੋਹਣੇ ਦਰਵਾਜ਼ੇ ਜਿਹੇ ਬਣਾ ਕੇ ਮਤਲਬ ਗੁਲਦਸਤੇ ਜਿਹੇ ਬਣਾ ਕੇ ਲਾਉਂਦੇ। ਚੰਗੀ ਗੱਲ, ਅਸੀਂ ਇਸ ਗੱਲ ਦੇ ਖਿਲਾਫ ਸ਼ਰਧਾ ਉਹਨਾਂ ਦੀ। ਹਾਂਜੀ, ਠੀਕ, ਚੰਗੀ ਗੱਲ ਲਾਉਂਦੇ ਆ, ਜਾਵੜ ਚਾਹੀਦੀ ਹੈ। ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਆਪ ਪਹਿਲਾਂ ਬੜੇ ਸੁੰਦਰ ਉੱਥੇ ਹਰਿਮੰਦਰ ਸਾਹਿਬ ਨੂੰ ਸੁੰਦਰ ਆਪਾਂ ਕੀ ਕਰ ਲਾਂਗੇ? ਬਿਲਕੁਲ, ਹਾਂ, ਉਹਦੀ ਸੁੰਦਰਤਾ ਜਿਹੜੀ ਉਹ ਆਪਣੇ ਸੁੰਦਰਤਾ ਹੈਗੀ। ਦੂਸਰੀ ਚੀਜ਼, ਚਾਵਲਾ ਸਾਹਿਬ, ਅੱਜ ਲੋੜ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਹੈ। ਬਿਲਕੁਲ ਸਹੀ ਕਿਹਾ ਤੁਸੀਂ। ਅਸੀਂ ਕਰੋੜਾਂ ਰੁਪਏ ਖਰਚ ਕਰਦੇ, ਜੇ ਕਰੋੜਾਂ ਰੁਪਏ ਖਰਚ ਕਰਕੇ ਤੁਸੀਂ 2 ਕਰੋੜ ਖਰਚ ਕਰ ਲਓ, 3 ਕਰ ਲਓ, ਜੇ 20 ਕਰੋੜ ਖਰਚ ਕੀਤਾ, 25 ਕਰੋੜ ਕੀਤਾ, ਬਾਕੀ ਦਾ ਕੋਈ ਕਾਰਖਾਨਾ ਲਾ ਕੇ ਨੌਜਵਾਨ ਨੂੰ ਰੁਜ਼ਗਾਰ ਦੇ ਦਿਓ ਤਾਂ ਕਿੰਨੀ ਵੱਡੀ ਗੱਲ। ਚਾਵਲਾ ਸਾਹਿਬ 1997 ਤੱਕ ਇੱਕ ਦਸਤਕਾਰੀ ਕਾਰਖਾਨਾ ਹੁੰਦਾ ਸੀ ਐਸਜੀਪੀਸੀ। ਹਾਂ ਬਿਲਕੁਲ, ਹਾਂਜੀ, ਜਿਹਦੇ ਵਿੱਚ ਕਿਰਪਾਨਾਂ ਵਗੈਰਾ, ਬਰਛੇ ਵਗੈਰਾ ਜੋ ਲੋੜੀਂਦਾ ਸਮਾਨ ਤਿਆਰ ਕੀਤਾ ਜਾਂਦਾ ਤੇ ਬਾਹਰ ਵੇਚਿਆ ਵੀ ਜਾਂਦਾ ਸੀ। ਹਾਂ, ਇਹ 1955 ਦੀ ਇੱਕ ਮੀਟਿੰਗ ਦੇ ਵਿੱਚ 1997 ਚ ਬੰਦ ਕਰ ਦਿੱਤਾ ਗਿਆ। ਚਾਹੀਦਾ ਇਹ ਸੀ, ਬੀਬੀ ਜਗੀਰ ਕੌਰ ਸਿਗਲੀਕਰ ਸਿੱਖਾਂ ਦੀ ਗੱਲ ਕਰਦੀ ਹੈ, ਵਣਜਾਰੇ ਸਿੱਖਾਂ ਦੀ ਗੱਲ ਕਰਦੀ, ਉਹ ਬੇਸਿਕਲੀ ਜੰਮਦੇ ਇੰਜੀਨੀਅਰ ਨੇ ਕੰਮ ਕਰਦੇ। ਬਿਲਕੁਲ, ਹਾਂਜੀ, ਹਥਿਆਰ ਬਣਾਉਂਦੇ। ਹਾਂਜੀ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਵੇਲੇ ਦੇ ਆ ਉਹ। ਬਿਲਕੁਲ ਜਦੋਂ ਲਾਹੌਰ ਦਾ ਉਹ ਮੁਸਲਮਾਨ ਜਿਹੜਾ ਹੈਗਾ ਸੀ, ਉਹਨੇ ਕੱਚੇ ਹਥਿਆਰ ਨਹੀਂ ਸ਼ੁਰੂ ਕਰ ਦਿੱਤੇ ਸੀ, ਤੇ ਪੁੱਛਿਆ ਗਿਆ ਜੀ ਕਿਉਂ ਕੀਤੇ? ਕਹਿੰਦਾ ਮੈਨੂੰ ਹੁਕੂਮਤ ਦਾ ਆਰਡਰ ਆ ਜੀ, ਮੈਂ ਕੀ ਕਰਾਂ। ਉਦੋਂ ਗੁਰੂ ਸਾਹਿਬ ਨੇ ਭਾਲ ਕੀਤੀ ਤੇ ਸਿਗਲੀਕਰ ਸਿੱਖ ਲਿਆ ਕੇ ਵਸਾਏ ਸੀ ਇੱਥੇ, ਉਹਨਾਂ ਨੇ ਹਥਿਆਰ ਬਣਾਉਣੇ ਸ਼ੁਰੂ ਕੀਤੇ। ਅੱਜ ਦੀ ਡੇਟ ਦੇ ਵਿੱਚ ਸਿਗਲੀਕਰ ਜਿਹੜੇ ਜਵਾਨ ਸਾਡੇ ਨੌਜਵਾਨ ਨੇ ਵਿਚਾਰੇ ਭੁੱਖੇ ਮਰਨ ਦੇ, ਜੰਗਲਾਂ 'ਚ ਰਹਿਣ ਦੇ। ਕਿੰਨਾ ਚੰਗਾ ਹੁੰਦਾ ਵੀ ਉਹ ਕਾਰਖਾਨਿਆਂ ਨੂੰ ਡਿਵੈਲਪਮੈਂਟ ਕਰਕੇ, ਤੁਹਾਨੂੰ ਪਤਾ ਹੋਏਗਾ ਲੋਹਗੜ੍ਹ ਦਾ ਕਿਲ੍ਹਾ ਸੁਣਿਆ ਅਨੰਦਪੁਰ ਸਾਹਿਬ ਤੁਸੀਂ? ਹਾਂਜੀ, ਲੋਹਗੜ੍ਹ। ਹਾਂਜੀ, ਲੋਹਗੜ੍ਹ ਦਾ ਕਿਲ੍ਹਾ ਵੀ, ਉੱਥੇ ਵੀ ਕਾਰਖਾਨਾ ਲਾਇਆ ਸੀ ਗੁਰੂ ਗੋਬਿੰਦ ਸਿੰਘ ਹੋਰਾਂ ਨੇ ਹਥਿਆਰ ਬਣਾਉਣ ਦਾ। ਅਸੀਂ ਕਿਉਂ ਨਹੀਂ ਸਰਜੀਤ ਕਰਦੇ ਦੋਵਾਂ ਨੂੰ? ਇਹਨਾਂ ਦੋਵਾਂ ਨੂੰ ਸਰਜੀਤ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਦਈਏ। ਤੇ ਕੇ ਸ਼ਰਮਾ ਦੀ ਜੇ ਤੁਸੀਂ ਇਹ ਸੇਵਾ ਕਰਦੇ ਹੋ ਤੇ ਮੇਰੇ ਖਿਆਲ ਨਾਲ ਜਿਹੜੇ ਫੁੱਲ ਤੁਸੀਂ ਲਗਾਏ ਆ ਇਹ ਤੇ ਸਵੇਰ ਸ਼ਾਮ ਤੱਕ ਮੁਰਝਾ ਜਾਣੇ, ਇਹ ਲਾ ਕੇ ਫਿਰ ਸੁੱਟ ਦੇਣੇ ਆ। ਜੇ ਕਿਤੇ ਉਹ ਸੇਵਾ ਕਰਦੇ ਤੇ ਕਿੰਨੇ ਪਰਿਵਾਰ ਤੁਹਾਡੀ ਸੀਸਾਂ ਦੇਣਗੇ ਤੁਹਾਨੂੰ ਵੀ ਜਿਹਦੇ ਘਰੇ 2 ਡੰਗ ਦੀ ਰੋਟੀ ਤੇ ਫੁੱਲਾਂ ਵਰਗੇ ਬੱਚੇ ਜਿਹੜੇ ਨੇ ਉਹ ਮੁਰਝਾਉਣਗੇ ਨਹੀਂ। ਕਿਆ ਬਾਤ, ਪਲ ਜਾਣੇ ਉਹ ਫੁੱਲਾਂ ਦੇ ਬੱਚੇ ਜਿਹੜੇ ਫੁੱਲਾਂ ਵਰਗੇ ਬੱਚੇ ਮੁਰਝਾਉਣਗੇ ਨਹੀਂ। ਕਿਆ ਬਾਤ, ਬਹੁਤ ਸੋਹਣੀ ਗੱਲ। ਅੱਛਾ, ਚਲੋ ਭੱਟੀ ਸਾਹਿਬ, ਕਰਨਾਲ ਮਹਾਂ ਪੰਚਾਇਤ ਨੂੰ ਲੈ ਕੇ ਸਰਕਾਰ ਡਰੀ ਜੀ ਮਹਿਸੂਸ ਹੋ ਰਹੀ ਹੈ। ਪਤਾ ਲੱਗਾ ਕਿ ਮੰਡੀ ਨੂੰ ਜਾਣ ਵਾਲਾ ਰਸਤਾ ਵੀ ਖੋਲ ਦਿੱਤਾ। ਉਹ ਤੋਂ ਬਾਅਦ ਆਖਰੀ ਕੁਐਸਚਨ ਹੈ, ਖਾਕੀ ਦਾਗਦਾਰ ਹੋਈ ਕਿਉਂਕਿ ਸਾਡੇ ਕੋਲ ਸਮੇਂ ਸਿਰਫ 2 ਮਿੰਟ ਨੇ। ਕੱਲ ਜਿਹੜਾ ਸ਼ਾਮੀ ਆਰਡਰ ਹੋਏ ਸੀ, ਬਕਾਇਦਾ ਤੌਰ ਤੇ ਉੱਥੇ ਪੈਰਾਮਿਲਟਰੀ ਫੋਰਸਾਂ ਮੰਗਾ ਲਈਆਂ ਸੀ ਵੀ ਅਸੀਂ ਕਰਨਾਲ ਦੇ ਵਿੱਚ ਮੰਡੀ 'ਚ ਰੈਲੀ ਨਹੀਂ ਕਰਨ ਦੇਣੀ ਤੇ ਜਿਹੜਾ ਮਿੰਨੀ ਸੈਕਟਰੀ ਦਾ ਘਰਾਓ ਨਹੀਂ ਕਰਨ ਦੇਣਾ, ਜੋ ਮਰਜ਼ੀ ਕਰਨ। ਆਪਣੀਆਂ ਫੋਰਸਿਸ ਲਾ ਦਿੱਤੀਆਂ ਸੀਗੀਆਂ, ਬਕਾਇਦਾ ਤੌਰ ਤੇ ਰੂਟ ਡਾਈਵਰਟ ਕਰ ਦਿੱਤੇ ਸੀਗੇ। ਕੁਰੂਕਸ਼ੇਤਰ ਤੋਂ ਜਿਹੜਾ ਸੀ ਰੂਟ ਬਾਅਦ ਚ ਡਾਈਵਰਟ ਕਰਤਾ ਸੀ ਦਿੱਲੀ ਜਾਣ ਵਾਸਤੇ। ਜਦੋਂ ਕਿਸਾਨਾਂ ਨੇ ਕਹਿਤਾ ਵੀ ਤੁਸੀਂ ਜੋ ਮਰਜ਼ੀ ਕਰੋ ਜੀ, ਗੋਲੀ ਮਾਰੋ, ਡਾਂਗ ਮਾਰੋ, ਬੰਬ ਮਾਰੋ, ਅਸੀਂ ਆਉਣਾ ਹੀ ਆਉਣਾ। ਨਾਲ ਚਲੂਨੀ ਸਾਹਿਬ ਨੇ ਕਹਿਤਾ ਵੀ ਜਿੱਥੇ ਇਹ ਰੋਕਣ ਕੋਸ਼ਿਸ਼ ਕਰੋ ਬੈਰੀਕੇਡ ਤੋੜਨ ਦੀ, ਨਹੀਂ ਕਰਦੇ ਤੇ ਉੱਥੇ ਬਹਿ ਜਾਓ, ਉੱਥੇ ਟ੍ਰੈਫਿਕ ਰੋਡ ਦੇ ਜੀਵਨ ਬੰਦ ਕਰ ਦਿਓ ਸਾਰੇ, ਜਿੱਥੇ ਜਿੱਥੇ ਬੈਠੇ ਹੋ ਤੁਸੀਂ। ਹੁਣ ਜੋ ਸਰਕਾਰ ਨੇ ਮਹਿਸੂਸ ਕੀਤਾ ਕਿ ਸਾਰੇ ਜੀਡੀ ਕੋਡ ਬੰਦ ਕਰ ਦਿੱਤੇ ਤੇ ਫਿਰ ਸਾਨੂੰ ਫਾਇਦਾ ਕੀ ਬੰਦ ਕਰਨਾ ਹੈ? ਹੁਣ ਅੱਜ ਸਵੇਰੇ ਵਿੱਚ ਆਪਣੇ ਪ੍ਰੋਗਰਾਮ ਪਹਿਲਾਂ ਮੈਨੂੰ ਫੋਨ ਆਇਆ ਸੀ ਕਿਸੇ ਬੰਦਾ ਵੀ ਤੁਹਾਡੀ ਖਬਰਾਂ ਹੋ ਗਈਆਂ। ਮੈਂ ਕਿਉਂ ਹੋਣੀ ਆ? ਜੇ ਕਹਿੰਦਾ ਸੀ ਕਹਿ ਦਿਓ ਉੱਥੇ ਕਿ ਸਰਕਾਰ ਡਰ ਗਈ ਹੈ। ਸਰਕਾਰ ਨੇ ਉਹ ਮੰਡੀ ਖੋਲ ਦਿੱਤੀ ਆ ਵੀ ਕਿਸਾਨ ਆ ਕੇ ਇੱਥੇ ਆਪਣੀ ਰੰਜੀ ਕਰ ਸਕਣ। ਜੀ। ਲੇਕਿਨ ਮੈਂ ਕਿਹਾ ਮੈਨੂੰ ਇਹ ਦੱਸੋ ਉੱਥੋਂ ਤੁਸੀਂ ਵੀ ਜਿਹੜਾ ਇੰਟਰਨੈਟ ਸੀ ਖੋਲਿਆ ਕਿ ਨਹੀਂ ਖੋਲਿਆ? ਇੰਟਰਨੈਟ ਤੁਹਾਨੂੰ ਦੱਸਦਾ, ਲੇਕਿਨ ਉਹਦਾ ਫੋਨ ਮੁੱਕੇ ਬਦਲ ਦੁਬਾਰਾ ਆ ਨਹੀਂ ਸਕਿਆ। ਮੇਰੇ ਖਿਆਲ ਉਹ ਚਾਲੂ ਕਰ ਦਿੱਤਾ ਹੋਣਾ। ਜੀ,
ਮਤਲਬ ਸਰਕਾਰ ਨੇ ਮਹਿਸੂਸ ਕੀਤਾ ਕਿ ਸਾਰਾ ਹਰਿਆਣਾ ਬੰਦ ਕਰਨ ਦੀ ਬਜਾਏ ਕੀ ਆ ਮੰਡੀ 'ਚ ਆ ਕੇ ਆਪਣਾ ਜਿਹੜਾ ਰੌਲਾ ਪਾ ਕੇ ਚੱਲ ਜਾਣ, ਕੋਈ ਗੱਲ ਨਹੀਂ ਜੀ। ਪਾਟਿਲ ਸਾਹਿਬ, ਕਿੱਡੀ ਦੂਰ ਤੱਕ ਤੁਸੀਂ ਦੱਸਿਆ ਕਿ ਪ੍ਰੋਗਰਾਮ ਨੂੰ ਸੁਣਦੇ ਨੇ, ਹਨਾ। ਅਸੀਂ ਸੰਜੀਦਗੀ ਦੇ ਨਾਲ, ਬੜਾ ਪਿਆਰ ਦੇ ਨਾਲ ਤਿਆਰ ਕਰਦੇ ਹਾਂ ਪ੍ਰੋਗਰਾਮ ਨੂੰ, ਹਰ ਐਂਗਲ ਤੋਂ, ਹਰ ਵਿਸ਼ੇ ਤੋਂ, ਹਰ ਮਜ਼ਹਬ, ਹਰ ਧਰਮ ਸਤਿਕਾਰ ਕਰਦੇ ਹਾਂ। ਡੈਫੀਨੇਟਲੀ ਪ੍ਰਾਊਡਲੀ ਕਹਿੰਦੇ ਹਾਂ ਕਿ ਜਿਸ ਧਰਮ 'ਚ ਪੈਦਾ ਹੋਇਆ ਮੈਨੂੰ ਉਸ ਧਰਮ ਦਾ ਮਾਣ ਹੈ, ਹਾਂਜੀ, ਔਰ ਸਤਿਕਾਰ ਕਰਦੇ ਹਾਂ ਸਾਰੇ ਧਰਮਾਂ ਦਾ। ਕੋਈ ਮੰਦਰ ਸੱਦੇ, ਮੰਦਰ ਜਾਈਦਾ। ਮੇਰੇ ਅੱਧੇ ਤੇ ਰਿਸ਼ਤੇਦਾਰ ਹੈ ਹੀ, ਮਤਲਬ ਸਾਡੇ ਰਲਵੇਂ ਮਿਲਵੇਂ, ਹਾਂਜੀ, ਅਸੀਂ ਉੱਧਰ ਵੀ ਜਾਂਦੇ ਹਾਂ। ਸਾਡੇ ਕੋਈ ਭੈਣ ਭਰਾ ਸਾਨੂੰ ਸਾਦੇ, ਅਸੀਂ ਜਾਂਦੇ ਹਾਂ। ਇਹ ਤਮਾਨ ਸਤਿਕਾਰ ਸਾਰੇ ਠੀਕ ਆ। ਗੱਲ ਸੱਚ ਜਿਹੜਾ ਚੁੱਭਦਾ, ਸੱਚ ਬੋਲ ਦਿੰਦੇ ਆ, ਉਹ ਸਾਡੇ ਲਈ ਮੇਰੇ ਖਿਆਲ ਦੇ ਵਿੱਚ ਲਾਹੇਵੰਦ ਤਾਂ ਚਲੋ ਜਿੱਥੇ ਹੋਊਗਾ ਹੋਊਗਾ। ਫਿਲਹਾਲ ਮੈਂ ਕਹਿੰਦਾ ਕਿ ਇੱਡੀ ਦੂਰ ਤੱਕ ਪ੍ਰੋਗਰਾਮ ਸੁਣਦੇ ਨੇ, ਕਿਸੇ ਬੰਦੇ ਨੂੰ ਕੋਈ ਪਰਸਨਲੀ ਰੰਜਿਸ਼ ਹੈ ਨਾ ਜਿਹੜੀ ਕਹਿੰਦਾ ਵੀ ਮੈਂ ਹੁਣ ਵੀਰ ਦਾ ਫੋੜਾ ਛੱਡੋ ਜੀ, ਪ੍ਰੋਗਰਾਮ ਤਾਂ ਚਲੋ ਖਤਮ ਹੋ ਗਿਆ। ਮੈਂ 1 ਮਿੰਟ ਲੈਣਾ ਚਾਹੁੰਦਾ। ਵੀਰ ਜੀ, ਕਈ ਸਾਲਾਂ ਤੋਂ ਨਾ ਘੜਾ ਹੁੰਦਾ ਉਹ ਭਰਦਾ। ਪਾਟਿਲ ਸਾਹਿਬ, ਮਤਲਬ ਤੁਹਾਨੂੰ ਇਹਦੀ ਰਿਕਾਰਡਿੰਗ ਭੇਜਦਾ, ਤੁਸੀਂ ਸੁਣ ਨਹੀਂ ਸਕਦੇ, ਹਨਾ। ਬਈ ਜੇ ਤੈਨੂੰ ਮੇਰੇ ਨਾਲ ਕੋਈ ਪਰਸਨਲ ਰੰਜਿਸ਼ ਆ ਤੇ ਮੈਂ ਕਈ ਵਾਰੀ ਤੇਰੇ ਨਾਲ ਗੱਲਬਾਤ ਹੋਈ, ਮੈਂ ਕਹਿ ਚੁੱਕਾ ਮਿਲਣਾ ਮੈਨੂੰ, ਹਨਾ, ਆਪਾਂ ਬਹਿ ਕੇ ਗੱਲ ਕਰ ਲੈਣੇ। ਪਰ ਅੱਜ ਜਿਹੜੀ ਤੂੰ ਬਦਤਮੀਜ਼ੀਆਂ ਹੋਰ ਲਫ਼ਜ਼ ਬੋਲੇ ਨੇ, ਕਈ ਵਾਰੀ ਬੋਲਿਆ ਤੂੰ, ਉਹ ਬਰਦਾਸ਼ਤ ਤੋਂ ਬਾਹਰ। ਤੂੰ ਕਿ ਅਸਲੇ ਦਾ, ਤੇ ਮੈਂ ਤਾਂ ਅਸਲੇ ਦਾ ਬਈ। ਸ਼ੇਰ ਬਣ, ਮਾਂ ਦਾ ਦੁੱਧ ਪੀਤਾ ਹੈ ਨਾ, ਕਿਸੇ ਪਿਓ ਦਾ ਪਤਾ ਤੈਨੂੰ ਵੀ ਤੇਰਾ ਪਿਓ ਕੌਣ। ਇੱਕ ਵਾਰੀ ਆ ਕੇ ਰੇਡੀਓ ਦੇ ਉੱਤੇ ਬੋਲ, ਟੈਲੀਵਿਜ਼ਨ ਤੇ ਬੋਲ ਤਾਂ ਸਹੀ, ਨਹੀਂ ਤੇ ਮੈਂ ਤੇਰੀ ਰਿਕਾਰਡਿੰਗ ਕਿੱਥੋਂ ਸੁਣਾਵਾਂ। ਤੂੰ ਹੈ ਹੀ ਵਾਹ ਹਯਾਤ ਬੰਦਾ, ਪਤਾ ਨਹੀਂ ਕੀ, ਕਿੱਥੋਂ ਸ਼ੁਰੂ ਕਰਾਂ। ਇਹ ਭਾਂਡਾ ਭਰਿਆ ਹੈ ਜੋ ਮੇਰਾ ਇਸ ਕਰਕੇ ਉਛਲਿਆ ਕਿ ਇਹਨੇ ਕਿਹਾ ਅਸਲੇ ਦਾ, ਮੈਂ ਅਸਲੇ ਦਾ, ਤੂੰ ਬਣ ਅਸਲੇ ਦਾ। ਜੇ ਹੈ ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ। ਪਾਟਿਲ ਸਾਹਿਬ, ਇੱਕ ਆਖਰੀ ਮੇਰਾ ਕੁਐਸਚਨ। ਖਾਕੀ ਹੋਈ ਫਿਰ ਦਾਗਦਾਰ, ਫਲੋਰ ਤੋਂ 4 ਥਾਣੇਦਾਰ ਕੇਸ ਦਰਜ ਹੋਏ ਨੇ, 2 ਗ੍ਰਿਫਤਾਰ, 2 ਫਰਾਰ, ਔਰ ਉਗਰਾਹੀ ਕਰਦੇ ਦਬੋਚੇ ਨੇ। ਉੱਤਰਾਖੰਡ ਵਿੱਚ 6 ਸਾਲਾ ਬੱਚੀ ਦੇ ਨਾਲ ਬਦਤਮੀਜ਼ੀ ਕਰਨ ਵਾਲਾ ਥਾਣੇਦਾਰ ਵੀ ਗ੍ਰਿਫਤਾਰ ਹੋਇਆ। ਕੀ ਕਹਿਣਾ ਚਾਹੋਗੇ? ਬੜੇ ਅਫਸੋਸ ਵਾਲੀ ਗੱਲ ਹੈ ਜੀ, ਬਹੁਤ ਅਫਸੋਸ ਵਾਲੀ ਗੱਲ। 4 ਥਾਣੇਦਾਰਾਂ ਦੀ ਡਿਊਟੀ ਲਾਈ ਆ ਸਤਲੁਜ ਦਰਿਆ ਦੇ ਪੁਲ ਦੇ ਉੱਤੇ। ਭਾਈ, ਤੁਸੀਂ ਖਿਆਲ ਰੱਖਣਾ ਕਿ ਗਲਤ ਅੰਸਰ ਨਾਲ ਲੰਘੇ ਆਵਾਜ਼ ਕਰਨਾ। ਤੁਸੀਂ ਆਵਾਜ਼ ਕਰਦੇ ਇੱਕ ਕਾਰ ਦੀ ਤਲਾਸ਼ੀ ਲਈ 2 ਵਿਅਕਤੀ ਉੱਤੇ ਬੈਠੇ, ਤੇ 25 ਲੱਖ ਰੁਪਏ ਉਹਨਾਂ ਦੇ ਕੋਲ ਸੀ। ਤੈਨੂੰ ਧਮਕੀ ਦੇਣੀ ਸ਼ੁਰੂ ਕਰਤੇ ਆ ਕਿ ਤੁਸੀਂ ਬਲੈਕ ਕਰਦੇ ਹੋ, ਤੁਸੀਂ ਡਰੱਗ ਵੇਚਦੇ ਹੋ, ਤੁਸੀਂ ਪੈਸੇ ਕਿੱਥੋਂ ਲੈ ਕੇ ਆਏ ਹੋ। ਉਹਨਾਂ ਦੀ ਗੱਲ ਕੋਈ ਨਹੀਂ ਸੁਣੀ। ਉਹਨਾਂ ਨੇ ਸਮਝੌਤਾ ਕੀਤਾ ਤੇ 4 ਲੱਖ ਰੁਪਏ ਰੱਖ ਲਿਆ ਤੇ ਬਾਕੀ ਦੇ ਕੇ ਤੋਰਤਾ। ਹੁਣ ਅਗਲੇ ਵੀ ਸਹਿੰਦੇ ਸੀਗੇ। ਜਦੋਂ ਉਹਨਾਂ ਅੱਗੇ ਜਾ ਕੇ ਗੱਲ ਕੀਤੀ, ਸ਼ਿਕਾਇਤ ਕੀਤੀ, ਫਿਰ ਇਮੀਡੀਏਟਲੀ ਪੜਤਾਲ ਹੋਈ। ਡੀਐਸਪੀ ਆਇਆ, ਡੀਐਸਪੀ ਨੇ ਵੇਖਿਆ ਜਿਹੜੀ ਸੀਸੀਟੀਵੀ ਕਵਰੇਜ ਸੀਗੀ, ਬਕਾਇਆ ਤੌਰ ਤੇ ਪੈਸੇ ਲੈਂਦੇ ਵੇਖੇ ਗਏ, ਸਭ ਵਿਖਾਇਆ ਗਿਆ ਵੀ ਕਿਵੇਂ ਤਲਾਸ਼ੀ ਲਈ ਹੈ, ਕਿਵੇਂ ਪੈਸੇ ਲਏ। ਉਹਨੇ ਹਾਈਕਮਾਂਡ ਨੂੰ ਅਪਰੋਚ ਕੀਤੀ, 2 ਬੰਦੇ ਫੜ ਲਏ ਤੇ 2 ਠੰਡਰ ਭੱਜ ਗਏ। 3,57,000 ਰੁਪਏ ਇੱਕ ਠੰਡਰ ਤੋਂ ਬਰਾਮਦ ਵੀ ਕਰ ਲਿਆ, ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ। ਇਹਦੇ ਵਿੱਚ ਜਿਹੜੇ ਜਗਰਾਉਂ ਦੇ ਅਗਲਾ ਨਾਕਾ ਲਾਇਆ ਸੀ, ਭਾਈ ਚੈਕਿੰਗ ਕਰ ਰਹੀ ਆ, ਆਹ ਜਿਹੜੇ ਹਥਿਆਰ ਥੁਰ ਆ ਰਹੇ ਨੇ, ਇਹਨਾਂ ਵੇਖੋ ਕਿ ਕੋਈ ਗੜਬੜ ਗਲਤ ਬੰਦਾ ਨਾ ਹੋਵੇ ਕੋਈ। ਉਹਨਾਂ ਹਥਿਆਰ ਚੈੱਕੀ ਕਰਨੇ ਸੀ, ਉਹਨਾਂ ਨੇ ਗਰਾਈ ਸ਼ੁਰੂ ਕਰਤੀ। ਅਸੀਂ ਕੀ ਲਿਆ, ਚੱਲੇ ਕਿਤੇ ਚੱਲੇ। ਉਹ ਫਿਰ ਐਸਐਸਪੀ ਆਪ ਹੈ ਜੋ ਪਤਾ ਲੱਗਾ, ਉਹਨੇ 3 ਹੀ ਸਸਪੈਂਡ ਕਰ। ਇੱਕ ਥਾਣੇਦਾਰ ਨੇ ਆਪਣਾ ਮੁੰਡਾ ਬਾਹਰ ਭੇਜਣਾ ਸੀਗਾ, ਪੈਸੇ ਨਹੀਂ ਸੀ ਕੋਲ ਹੈਗੇ, ਠੱਗੀ ਮਾਰੀ 28 ਲੱਖ ਰੁਪਏ ਕਿਸੇ ਔਰਤ ਨੂੰ, ਵੀ ਤੇਰੀ ਕੁੜੀ ਨੂੰ ਬਾਹਰ ਭੇਜ ਦਿਆਂਗੇ, ਰਿਸ਼ਤਾ ਵੀ ਕਰਾ ਦਿਆਂਗੇ। ਉਹ ਥਾਣੇਦਾਰ ਭਗੌੜਾ ਹੋਣ ਤੇ ਘਰ ਵਾਲੀ ਅੰਦਰ, ਪੈਸੇ ਵੀ ਬਰਾਮਦ ਕਰ ਲਏ। ਦੱਸੋ। ਤੇ ਸਭ ਤੋਂ ਘਟੀਆ ਗੱਲ ਜਿਹੜੀ ਆ ਉਹ ਹਲਦਵਾਨੀ ਦੀ ਆ, ਉੱਤਰਾਖੰਡ ਦੀ। ਉੱਥੇ ਇੱਕ 52 ਸਾਲ ਦੇ ਥਾਣੇਦਾਰ ਨੇ ਬਦਤਮੀਜ਼ੀ ਕੀਤੀ ਹੈ 6 ਸਾਲ ਦੀ ਲੜਕੀ। ਕੀ ਉਹਨੂੰ ਬੰਦੇ ਨੂੰ ਕੀ ਸ਼ਰਮ ਆਈ ਉਹਨੂੰ? ਤੇਰੀ ਪੋਤਰੀਆਂ ਵਰਗੀ ਇੰਨੀ ਛੋਟੀ ਬੱਚੀ, ਲੋਕਾਂ ਨੇ ਪਹਿਲਾਂ ਜੂਤ ਪਤਾਲ ਕੀਤਾ, ਮੁੜ ਕੇ ਥਾਣੇ ਦਿੱਤਾ ਤੇ ਪੌਕਸੋ ਐਕਟ ਦੇ ਤਹਿਤ ਤੇ ਪਰਚਾ ਦੇ ਦਿੱਤਾ ਗਿਆ। ਹੁਣ ਬਾਹਰ ਨਿਕਲ ਕਿਉਂ ਨਿਕਲਦਾ ਜੀ? ਜੀ ਪਿਛਲੇ ਦਿਨ ਇਹ ਖਬਰ ਇਹੋ ਜਿਹੀ ਸੀਗੀ ਕਿ ਉਹਨੂੰ ਪਹਿਲਾਂ ਕਿਸੇ ਨੂੰ ਪਿੰਡ ਦੇ ਵਿੱਚ ਯੂਥ ਪਲਾਨ ਕੀਤਾ, ਕਿਸੇ ਕੁੜੀ ਨੂੰ ਛੇੜਿਆ ਸੀਗਾ ਤੇ ਉਹਦੀ ਪਹੁੰਚ ਸੀਗੀ, ਉਲਟਾ ਉਹ ਪਰਚਾ ਜਿਹੜਾ ਜਿਨ੍ਹਾਂ ਨੇ ਬਣਾਇਆ ਸੀਗਾ, ਯੂਥ ਪਲਾਨ ਕੀਤਾ ਸੀ, ਕੁੜੀ ਨੂੰ ਛੇੜਦਾ ਸੀਗਾ, ਪਹੁੰਚ ਵਾਲੇ ਨੇ ਉਹ ਕੁੜੀ ਨੂੰ, ਜਿਹੜੇ ਕੁੜੀ ਦੇ ਮਾਂ-ਬਾਪ ਸੀ ਉਹਨਾਂ ਨੂੰ ਹੀ ਟੰਗ ਦਿੱਤਾ। ਪਹੁੰਚ ਦੀ ਗੱਲ ਹੈ। ਚਲੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸ਼ੁਕਰੀਆ, ਧੰਨਵਾਦ।
ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।